ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ। हम मैले तुम उजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा, दंडौत बंदन अनेक बार। सर्व कला समरथ, डोलन ते राखो प्रभु। नानक दे कर हथ, गौड़ी महला नौवा। को माई भूलियो मन समझावे, वेद पुराण साध मग सुन कर। निमख न हर गुण गावे रहाव, दुर्लभ देह पाए मानस की। बिरथा जन्म सिरावे, माया मोह महा संकट बन। तास्यों रुच उपजावे, अंतर बाहर सदा संग प्रभ। तास्यों नेहो न लावे, नानक मुक्त ताहे तुम मानो। जेह घट राम समावे, अंतर बाहर सदा संग प्रभ। तास्यों नेहो ना लावे, नानक मुक्त ताहे तुम मानो। जेह घट राम समावे। वाहिगुरु जी का खालसा, वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी चरण शरण विच संध्या दे गुरमत दीवान दी हाजरी पर रहे गुरु सवारे सतसंगी जनों। गुरु तेग बहादुर साहब जी दियां खुशियां प्राप्त कर लई आप जी रोजाना हजूर दी बाणी दा कीर्तन और लड़ीवार सतगुरां दे
ਅੰਮ੍ਰਿਤ ਸ਼ਬਦਾਂ ਦੀ ਵਿਚਾਰ ਸਰਵਣ ਕਰ ਰਹੇ ਹੋ। ਅੱਜ ਸਤਿਗੁਰਾਂ ਨੇ ਇਹ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ ਕਿ ਹੇ ਮਾਂ, ਕੋਈ ਐਸੀ ਰੂਹ ਹੋਵੇ ਜਿਹੜੀ ਇਸ ਭੁੱਲੇ ਹੋਏ ਮਨ ਨੂੰ ਸਮਝਾ ਦੇਵੇ। ਧਰਮ ਗ੍ਰੰਥ ਵੀ ਸੁਣਦਾ ਹੈ, ਸਾਧੂ ਜਨਾਂ ਦੇ ਬਚਨ ਵੀ ਸੁਣਨ ਦੇ ਯਤਨ ਕਰਦਾ ਹੈ, ਪਰ ਪਤਾ ਨਹੀਂ ਫਿਰ ਵੀ ਵਕਾਰਾਂ ਵਾਲੇ ਪਾਸੇ ਹੀ ਦੌੜਿਆ ਜਾ ਰਿਹਾ ਹੈ। ਮਨੁੱਖ ਜਨਮ ਅਮੋਲਕ ਮਿਲਿਆ, ਸਿਮਰਨ ਤੋਂ ਬਿਨਾ ਅਜਾਈਂ ਗਵਾਰਿਆ, ਤੇ ਜਿਹੜਾ ਇਹ ਸੰਸਾਰ ਬਹੁਤ ਭਿਆਨਕ ਬੰਨ ਦਾ ਲਫ਼ਜ਼ੀ ਅਰਥ ਜੰਗਲ ਹੈ, ਉਂਝ ਬੰਨ ਦਾ ਅਰਥ ਪਾਣੀ ਵੀ ਹੈ। ਇਸ ਜੰਗਲ ਵਿੱਚ ਹੀ ਪ੍ਰਵਿਰਤ ਹੋਇਆ ਬੈਠਾ, ਕਦੀ ਵੀ ਪ੍ਰਭੂ ਦੀ ਯਾਦ ਵਿੱਚ ਨਹੀਂ ਜੁੜਦਾ। ਜਿਹੜਾ ਅੰਦਰ ਬਾਹਰ ਰਮਿਆ ਹੋਇਆ, ਫਿਰ ਸਤਿਗੁਰੂ ਕਹਿੰਦੇ ਜਿਸ ਹਿਰਦੇ ਵਿੱਚ ਨਾਮ ਪ੍ਰਭੂ ਸਮਾ ਜਾਏ ਉਹ ਇਨਸਾਨ ਮੁਕਤ ਹੈ। ਆਓ ਇੱਕ ਤਾਂ ਸਮੇਂ ਅਨੁਸਾਰ ਇਸ ਸ਼ਬਦ ਦੇ ਅਰਥ ਵਿਚਾਰ, ਦੂਸਰਾ ਕੱਲ ਭਾਈ ਸਾਹਿਬ ਗੁਰਮੁਖ ਪਿਆਰੇ ਦੱਸ ਰਹੇ ਸਨ, ਅੱਜ ਸਾਡੇ ਹਿਸਾਬ ਨਾਲ ਇੱਥੇ ਭਾਈ ਮਨੀ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ, ਔਰ ਕੱਲ ਨੂੰ ਮਹਾਰਾਜ ਜੀ ਦੇ ਸ਼ਬਦ ਵੀ ਚੱਲ ਰਿਹਾ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੋਤੀ ਜੋਤ ਸਮਾਵਣ ਦਿਵਸ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ ਹੈ। ਪ੍ਰਗਟ ਭਾਵੇਂ ਬਾਅਦ ਵਿੱਚ ਹੁੰਦੇ ਆ, ਉਹ ਵੀ ਆਪਾਂ ਵਿਚਾਰਾਂਗੇ। ਔਰ ਤੀਸਰੀ ਗੱਲ, ਮੇਰੇ ਮਨ ਦੀ ਬਹੁਤ ਇਹ ਇੱਛਾ ਸੀ, ਪਰ ਮੈਂ ਸਟੇਜ ਤੇ, ਕਿਉਂਕਿ ਪ੍ਰੋਗਰਾਮ ਪ੍ਰਬੰਧਕ ਵੀਰਾਂ ਨੇ ਬਣਾਉਣਾ ਹੁੰਦਾ, ਸਿਸਟਮ ਹੁੰਦਾ, ਮੈਂ ਭਾਈ ਸੁਖਦੇਵ ਸਿੰਘ ਜੀ ਨੂੰ ਵੀ ਬੇਨਤੀ ਕੀਤੀ, ਭਾਵੇਂ ਅਸੀਂ ਭਾਰਤ ਵਿੱਚ ਸ਼ਮੂਲੀਅਤ ਨਹੀਂ ਕਰ ਸਕਦੇ, ਪਰ ਗੁਰੂ ਛੇਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਗਏ ਆ, ਜਿੱਥੇ ਸਿੱਖ ਸ਼ਬਦ ਚੌਕੀ ਕੱਢੇਗਾ ਮੈਂ ਉੱਥੇ ਆਪ ਵਰਤਾਂਗਾ। ਤੇ ਬਹੁਤ ਚੰਗਾ ਕੀਤਾ ਪ੍ਰਬੰਧਕ ਵੀਰਾਂ ਨੇ, ਭਾਵੇਂ ਸੰਕੇਤਕ ਹੀ, ਚਲੋ ਪ੍ਰਭਾਤ ਫੇਰੀ ਆਪਾਂ ਸ਼ਬਦ ਵਰਤਨੇ, ਸ਼ਬਦ ਚੌਕੀ ਹੈ, ਭਾਵੇਂ ਸੰਕੇਤਕ ਹੀ ਹੈ, ਪਰ ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅਸੀਸਾਂ ਮਿਲ ਗਈਆਂ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਮਾਈ ਸ਼ਬਦ, ਮਾਏ ਸ਼ਬਦ ਹਜ਼ੂਰ ਨੇ ਕਾਫੀ ਵਾਰੀ ਵਰਤਿਆ ਹੈ, ਭਾਵੇਂ ਉਸ ਦੇ ਅਰਥ ਵਿਦਵਾਨ ਆਪਣੀ ਆਪਣੀ ਸਮਝ ਅਨੁਸਾਰ ਕਰਦੇ ਨੇ, ਪਰ ਇਹ ਵੀ ਸੱਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਬਚਨ ਐਸੇ ਨੇ, ਮੈਂ ਪਿਛਲੇ ਦਿਨੀ ਵੀ ਕਿਹਾ, ਜੋ ਸਾਡੇ ਅੰਦਰ ਦੀਆਂ ਅਵਸਥਾਵਾਂ ਨੇ, ਸਤਿਗੁਰੂ ਉਹਨਾਂ ਦੇ ਹੱਲ ਵਾਸਤੇ ਆਪਣੇ ਤੇ ਟੁਕਾ ਕੇ ਸ਼ਬਦ ਕਹਿੰਦੇ ਆ। ਇੱਥੇ ਹਜ਼ੂਰ ਨੇ ਜਿਹੜਾ ਅੱਜ ਸ਼ਬਦ ਵਰਤਿਆ ਹੈ ਮਾਈ, ਲਫ਼ਜ਼ੀ ਅਰਥ ਇਹਦੇ ਮਾਂ ਹੀ ਨੇ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਮਾਈ ਦੇ ਲਫ਼ਜ਼ੀ ਅਰਥ ਮਾਇਆ ਵੀ ਆਏ ਨੇ, ਏਕਾ ਮਾਈ ਜੁਗਤ ਵਿਆਹੀ। ਇੱਥੇ ਹੈ ਕੋ, ਥੋੜਾ ਜਿਹਾ ਵਿਸ਼ਰਾਮ ਦੇ ਕੇ ਕੋਈ ਮਾਈ, ਕੀਰਤਨ ਚ ਨਹੀਂ ਇਸ ਤਰ੍ਹਾਂ ਚੱਲੇਗਾ, ਕਥਾ ਜੀ ਅਰਥ ਕਰ ਲੈ। ਕੋ ਜੇ ਅਸੀਂ ਮਾਈ ਨਾਲ ਇਕੱਠਾ ਬੋਲ ਦਿਆਂਗੇ ਨਾ, ਫਿਰ ਅਰਥ ਬਦਲ ਜਾਣਗੇ। ਫਿਰ ਮੈਂ ਕਿਹਾ ਗਾਇਕੀ ਚ ਨਹੀਂ, ਕੋਈ ਹੈ ਮਾਈ
हे मेरी मां, हे मेरी मां, कोई है, कोई होवे इहो जिहा गुरमुख जन भूलिओ मन समझावे। मेरे भुल्ले कोई मन नूं जिहड़ा समत देवे, जिहड़ा समझा देवे। को माई भूलिओ मन समझावे, भूलिओ मन समझावे। मन जे देखो दिल ही दीपक भी बन जाएगा, भूलिओ नाल भी अर्थ करेगा ते समझावे नाल भी करेगा। मां, कोई ऐसा गुरमुख जन, ऐसा रब्बी प्यारा जिहड़ा मेरे भुल्ले कोई मन नूं समझावे ते एक अपना औगण नशर कर दिता। पर गुरु तेग बहादुर साहब का औगण नहीं, सानू समझाने लई। नशर का अर्थ हुंदा प्रगट करना। हजूर कहंदे ने इहदी मुश्किल ये वे वेद पुराण साध मग सुनकर। वेद वैसे चार ने, गुरु ग्रंथ साहब विच वेद शब्द भी आया ते वेद भी आया। जिहड़ा वेद लफ्ज है ये विदत धातु तो बने। उंज वेद का अर्थ ज्ञान किताब भी सी करने, पर वेद का लफ्जी अर्थ है ज्ञान। गुरु ग्रंथ साहब ने वेद नूं ग्रंथ के रूप में भी व्याख्या की ते गुरु ग्रंथ साहब ने वेद लफ्ज की वरतों ज्ञान के रूप में भी की। जिवें आप जपजी साहब का पाठ करते हो, जत पहारा धीरे सुनियार अहरन मत, अगे है वेद हथियार। उत्थे वेद का अर्थ है ज्ञान। गुरु साहब का एक वचन है, सिमरत वेद पुराण पुकारन पोथियां। उस विच वेद का अर्थ है धर्म ग्रंथ। ये वेद जिहड़े ने चार ने। उंज वैसे जिहड़ा सब तो पुरातन वेद है जिहदे बारे ये कहा जाता है कि दुनिया विच, मैं दुनिया च कह रहा, पूरब ते पश्चिम विच जे सब तो पहला ग्रंथ जिहड़ा बनिया वो ऋग्वेद है। जिहड़ा ऋग्वेद है ये सब तो पहला है। ते वेद भावां कि हिंदुइज्म विच ये कहा जाता है ये ब्रह्मा ने उच्चारण कीते। सच ये वे कि वेद दे जिहड़ियां श्रुतियां ने, जिहड़े श्लोक ने, ये वख-वख समय विच वख-वख ऋषियां ने उच्चारण कीतियां ते ये लिखत विच नहीं सी आया। ये कई सदियां शब्द वरता कति कई सदियां ये श्रुति रहा है। श्रुति का अर्थ है जिहड़ा सुनिया जाए, उन्होंने सिर्फ सुनी गए तो याद करी गए, सुनी गए तो याद करी गए। अजे भी तुसी किसी भी शहर में जिथे मुसलमान भी रहिंदे ने, इस्लाम नूं मनण वाले रहिंदे ने, तुसी किसी शहर के किसी मदरसे चले जाओ, तुहानूं उत्थे काफ़ी ज़्यादा बच्चे जिहड़े ने हाफिज मिलणगे। हाफिज समझना जी, जिन्होंने कुरान जबानी कंठ है। हिफज का अर्थ याद करना, हाफिज का अर्थ है जिन्हों याद हो गई है। ये भी पदवी है हाफिज। हाफिज का मतलब इनू याद है सारी कुरान। हालांकि कई थावां ते जो कोई याद है वो अर्थ नहीं जानते अरबिक। एक उन्होंने होर गल, जो लिखिया अरबी विच वो अज अरब विच बोलिया नहीं जाता, पर किसी की जरूरत नहीं एक अल्फ भी कुरान दे विचों कोई बदल सके। जो लिखिया है वो हाफिज ने। ये जिहड़ा वेद है श्रुति रूप चलता रहा। ऋग्वेद है, शाम वेद है, जुजर वेद है, ते सब तो अखीर वाला वेद है जिहड़ा वो अथर्वण है। एक दिन असीं बैठे गल कर रहे सां, गुरु साहब ने यदी परिभाषा भी कमाल कर दी। एक आसा की वाल शाम कहे सितंबर स्वामी सत में आछ साच रहे। उत्थे श्याम वेद का जिक्र पहला किया, रिग का बाद किया। तो देखो ससा साम ते सितंबर दोनों सस्से अखर ने। यदा मतलब श्याम वेद ते महाराज कहते हैं कि उन्होंने जिहड़ा ब्रह्मा है ਜਾਂ सितंबर कहा जाता सी शिवतंबर, उस वक्त परमात्मा ने रिग कह रहा भरपूर राम नाम देवा मैं सूर। मेरा विचार का अज विषा नहीं है, पर मैं थोड़ा जैसी भी वेद शब्द आया है तो आप इन्हां लफ्ज़ां नाल अंदरों हेठ नहीं करनी जिवें अज कर रहे हैं। मैं सच कहा कई बंदियां दा वस नहीं चलता
पर गुरु ग्रंथ साहिब के शब्दों को जे उन्हों का वध चले तो सब कोई बदल के रख दे, अंदरों कोई नहीं मानते। हुण उत्थे देखो श्याम ते सितंबर शब्दवरता, रिग कह रहा भरपूर राम नाम देवा मैं सूर। इत्थे राम नाम का अर्थ प्रभु नहीं, इत्थे रामचंद्र जी का नाम है। देवतियां दे विच इस तरह से जिवें सूरज चमकदा है। फिर सुनियो, श्याम सितंबर रिग राम हो गया ना। अगे महाराज कहते ने जुज में जोर शली चंद्रावल कान कृष्ण जादम पाया। जज्जा आ गया जुज ते अखीर ते जादम। कदी इस ढंग नाल देखियो और श्लोकां नूं वाच के। जदों असीं आसा की वार की कथा कर रहे सां, मैं कई दिन कथा रोक दी क्योंकि मैनूं ये नहीं, मैनूं हुण समझ पैगी, अज भी समझ नहीं कि ना जम्मे गुरु ग्रंथ साहिब की समझ रखने वाला। अखरी अर्थ मैं कर देंगा, तुसी कर दोगे, फोन च वेख लोगे, पर ओडी उच्ची सुरत कित्थों लियावांगे जिस सुरत विच वो शब्द कहा गया। हुण इत्थे तुसीं देखो, रिग कह रहा भरपूर राम नाम देवा मैसूर। रिग रारा राम, श्याम सस्सा, सितंबर साम सस, फिर सस्सा। जुज वेद जुजर, जुज में जोर शली चंद्रावल कान कृष्ण जादम भया। इनू नैगेटिव सेंस नहीं किया। हजूर कहता वो भी समय का अवतार है, अवतार ने पार जात गोपी लै आया बिंद्रावन में रंग किया। जज्जा जादम, जुज जादम, रिग राम, श्याम सितंबर। हुण जी अथर्बण वेद जिहड़ा ना जी, आ जिन्ने तवीत धागे टूणे टंजे ने सब कुछ उहदे च ने। कल में वेद अथर्बण हुआ, कल में वेद अथर्बण हुआ। अगे जी ऐड़ा आ गया ना, नौ खुदाई अल्लाह पे, फिर ऐड़ा। सतगुरु ने कमाल कर दी यदि व्याख्या करने में। गुरु नानक साहब जी ने महाराज शब्द वरत रहा, नौ खुदाई अल्लाह पया। इसे करके भाई साहब कहते जिहड़ा अथर्बण का भार लोगों के सिर ते सी, वो गुरु नानक ने शब्द नाल सारा ला के परा मारिया। कल में भार अथर्बण तारा महाराज कहते गुरमुख ने ला दिता। हजूर मैं फिर बेनती करांगा, वेद 4 ने, उस तो बाद 6 शास्त्र ने। उपनिषदां की गिनती बहुत है। शास्त्र नूं तुसीं फिलोसफी कहंदे हो अजकल ना, दर्शन कहने 6 शास्त्र। उपनिषद है, उपनिषद असीं पंजाबी च कहांगे उपनिषद। उपनिषद का लफ्जी अर्थ है कोल बैठ के लिया होया ज्ञान। इसका अर्थ ये वे कि ऋषि कोल बैठ के ज्ञान जो लिया है। फिर सिमरतियां ने। इत्थे सतगुरु ने जिहड़ा वेद लफ्ज वरतिया, मेरा ख्याल इहनूं ज्ञान के रूप च कहांगे तो बहुत चंगा रहेगा। 18 पुराण ने, बड़ियां घटनावां ने जिहड़ियां पुराण आ जिन्नी तुसीं गुरु तेग बहादुर साहब की बाणी च। वैगुरू फिर मैं हाथ जोड़ के तुहानूं कहांगा कि इन्हां गल्लां नूं किसी एजेंसी नाल जोड़ के ना अर्थ करन लग पिया जी। अजामल, गनका, ध्रुव, प्रहलाद, हाथी, ये सारे जिहड़े ने भागवत पुराण विचों। पुराण का अर्थ इतिहास भी हुंदा है। इत्थे सतगुरु कह रहे हैं कि माई कोई है जिहड़ा मेरे भुल्ले कोई मन नूं समझा देवे, क्योंकि ये ज्ञान दे ग्रंथ भी सुनदा है, ये पुराण इतिहास भी सुनदा है। फिर ये मैं अर्थ करांगा, पुराण का अर्थ इतिहास भी है। ज्ञान के ग्रंथ, इतिहास के ग्रंथ, ते रब का प्यारा कोई आ जाए उहदे कोल बैठ के गल्लां भी सुनदा है। पर इन्ना नकम्मा है, सब कुछ सुन के चलदा कोई नहीं। को माई भूलियो मन समझावे, वेद पुराण साध मग सुनकर। साध मग, मग दर थे रस्ता, सच्ची मुच्ची रूहानियत का रस्ता सुनदा है, पर निमख ना हर गुण गावे। एक अख झमकन जितना समा भी ये जड़ा मन है, ये परमात्मा के गुण नहीं गाहे, वो नहीं गाउंदा, क्योंकि ये भुल गया है, इनू समझ कोई नहीं। थोड़ा जिहा असीं सिर्फ अज भुले शब्द की अर्थी करने। गुरु ग्रंथ साहिब महाराज वार वार सानू चेते कराते हैं। जिन्नी कथा कीर्तन हुंदा जी, ਇਹਦਾ मतलब ही ये कि भुले कोई नूं समझ पै जाए। असल विच सब तो ज़्यादा जदों इंसान दे भुल्लण की गल हुंदी है, ये जदों जन्म हुंदा है गुरु ग्रंथ साहिब मुताबक, जन्म तो कुछ महीने बाद, महीने की कोई समय बाद इनू जिहड़ी याद सी वो भुल जाता है,
ਤੇ ਜਦੋਂ ਸੰਸਾਰ 'ਚ ਵਿਚਰਦਾ ਇਹ ਇੰਨਾ ਚੰਗਾ ਲੱਗਦਾ ਹੈ, ਫਿਰ ਉਹਨੂੰ ਯਾਦ ਕਰਦਾ, ਉਹ ਯਾਦ ਵੀ ਨਹੀਂ ਆਉਂਦਾ ਜਿਹਨੂੰ ਭੁੱਲਿਆ। ਇਸੇ ਨੂੰ ਸਤਿਗੁਰੂ ਨੇ ਬਾਣੀ 'ਚ ਇੱਕ ਬਾਬਾ ਕਬੀਰ ਸਾਹਿਬ ਨੇ ਵੈਸੇ ਤਾਂ ਝਿੜਕੀ ਕਹਿ ਲਓ ਵੀ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੇ। ਜਦੋਂ ਬੰਦਾ ਆਪਣੇ ਮਾੜੇ ਦਿਨਾਂ ਨੂੰ ਭੁੱਲ ਜਾਏ ਨਾ, ਕਿਸੇ ਨੇ ਮਦਦ ਕੀਤੀ ਹੋਵੇ ਜਾਂ ਕਿਤੇ ਦੁੱਖ 'ਚੋਂ ਨਿਕਲਿਆ ਹੋਵੇ ਤੇ ਉਹ ਭੁੱਲ ਜਾਏ, ਤੇ ਫਿਰ ਉਹ ਅਗਲਾ ਕਹਿੰਦਾ ਗੱਲ ਸੁਣ, ਉਹ ਦਿਨ ਯਾਦ ਕਰ ਜਦੋਂ ਤੈਨੂੰ ਮੇਰੀ ਲੋੜ ਸੀ। ਉਹ ਭੁੱਲੇ ਨੂੰ ਯਾਦ ਕਰਾਂਦਾ, ਯਾਦ ਕਰ। ਜਦੋਂ ਬੰਦਾ ਸੰਸਾਰ ਵਿੱਚ ਪ੍ਰਵਿਰਤ ਹੋ ਕੇ ਵਾਸ਼ਨਾ ਵਾਲੀਆਂ ਹਰਕਤਾਂ ਕਰਦਾ ਹੈ, ਉਦੋਂ ਫਿਰ ਕਬੀਰ ਜੈਸਾ ਮਹਾਂਪੁਰਖ ਕਹਿੰਦਾ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਇਸ ਤਰ੍ਹਾਂ ਹੀ ਕਹਿੰਦੇ ਆ ਪੰਜਾਬੀ ਨੇ, ਬੜਾ ਆਕੜ ਆਕੜ ਕੇ ਤੁਰਨਾ, ਬੜਾ ਫੁੱਲਿਆ ਪਿਆ ਤੂੰ। ਕਬੀਰ ਸਾਹਿਬ ਕਹਿੰਦੇ ਨੇ ਉਹ ਭਈਆ ਦਰਤਿਓ ਭਰਾਵਾ, ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ 10 ਮਾਸ ਉਰਦ ਮੁਖ ਰਹਿਤਾ ਸੋਧਨ ਕੈਸੇ ਭੁੱਲਿਆ। ਕੋ ਮਾਈ ਭੁੱਲਿਓ ਮਨ ਸਮਝਾਵੇ। ਇਹ ਉਦੋਂ ਭੁੱਲ ਗਿਆ। ਕਬੀਰ ਸਾਹਿਬ ਕਹਿੰਦੇ ਨੇ ਕਿਉਂ ਇੰਨਾ ਫੁੱਲਿਆ ਬੈਠਾ, ਆਫਰਿਆ ਹੰਕਾਰਿਆ ਹੈ, ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ 10 ਮਾਸ ਉਰਦ ਮੁਖ ਰਹਿਤਾ। ਜਦੋਂ ਤੂੰ 10 ਮਹੀਨੇ ਮਾਂ ਦੇ ਉਦਰ ਵਿੱਚ ਉਰਦ ਮੁਖ, ਤੂੰ ਪੁੱਠਾ ਸੀ, ਤੇਰਾ ਮੂੰਹ ਥੱਲੇ ਸੀ, ਉਦੋਂ ਤੂੰ ਕਹਿੰਦਾ ਸੀ ਪ੍ਰਮਾਤਮਾ ਇੱਕ ਵਾਰੀ ਤੂੰ ਮੈਨੂੰ ਇੱਥੋਂ ਬੰਦ ਖਲਾਸੀ ਕਰਾ ਦੇ ਗਰਭ ਜੋਨ ਤੋਂ, ਤੇਰੇ ਨਾਲ ਵਾਅਦਾ ਕਰਨਾ ਮੈਂ ਸਾਰੀ ਜ਼ਿੰਦਗੀ ਤੇਰੀ ਬੰਦਗੀ ਕਰਾਂ। ਸਿਆਣੀ ਪੁਰਸ਼ੇ ਦੇ ਅਰਥ ਹੀ ਕਰਦੇ ਕਿ ਜਬ 10 ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਜਦੋਂ ਜਨਮ ਹੋਇਆ ਫਿਰ ਬਾਹਰ ਮੁਖੀ ਪ੍ਰਵਿਰਤ ਹੋ ਗਿਆ। ਉਹਨਾਂ ਨੂੰ ਫਿਰ ਸਤਿਗੁਰੂ ਨੇ ਇੱਕ ਬਚਨ ਹੋਰ ਕਿਹਾ, ਵਿੱਚੋਂ ਗਰਭ ਹੈ ਨਿਕਲ ਆਇਆ। ਉਦੋਂ ਯਾਦ ਸੀ, ਉਦੋਂ ਸਿਮਰਨ ਸੀ, ਉਦੋਂ ਬੰਦਗੀ ਸੀ। ਤੇ ਮੈਂ ਕਈ ਵਾਰੀ ਆਪ ਨਾਲ ਇਹ ਸਾਂਝ ਪਾਈ ਹੈ ਕਿ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਅਰਦਾਸ ਹੈ, ਤੇ ਜਿੱਦਣ ਸਾਡੀ ਜ਼ਿੰਦਗੀ ਦਾ ਇਹ ਅਧਿਆਏ ਖਤਮ ਹੋਣਾ ਹੈ ਨਾ, ਇਹ ਅਰਦਾਸ ਨਾਲ ਹੀ ਖਤਮ ਹੋਣਾ। ਇਹਦੀ ਸ਼ੁਰੂਆਤ ਵੀ ਅਰਦਾਸ ਹੈ, ਇਹਦੀ ਜਿਹੜੀ ਸਮਾਪਤੀ ਉਹ ਵੀ ਅਰਦਾਸ ਹੈ। ਸਿਰਫ ਫਰਕ ਇੰਨਾ ਹੈ ਕਿ ਜਿਹੜੀ ਪਹਿਲੀ ਅਰਦਾਸ ਸੀ ਉਹਦੇ 'ਚ ਕੋਈ ਲਫ਼ਜ਼ ਨਹੀਂ ਆ, ਬਾਹਰ ਮੁਖੀ ਜਿਹੜੇ ਅਸੀਂ ਵਰਤਨੇ ਆ, ਪਰ ਜੋੜਦੇ ਸਾਨੂੰ ਅੰਦਰ ਨਾਲ ਨੇ। ਉਹ ਧਰਮ ਨਾਲ ਰਿਲੇਟਡ ਨਹੀਂ ਕੇਵਲ, ਇਹ ਮੁਸਲਮਾਨ ਦੀ ਦੁਆ, ਇਹ ਈਸਾਈ ਵੀਰ ਦੀ ਪ੍ਰਾਰਥਨਾ, ਇਹ ਹਿੰਦੂਆਂ ਦੀ ਪ੍ਰਾਰਥਨਾ, ਇਹ ਸਿੱਖਾਂ ਦੀ। ਉੱਥੇ ਸਿਰਫ ਤੇ ਸਿਰਫ ਕੋਈ ਅੱਖਰ ਨਹੀਂ, ਸਿਰਫ ਇੱਕੋ ਲਿਵ ਹੈ ਜਿਹੜੀ ਨਿਰੰਤਰ ਰੱਬ ਨਾਲ ਜੁੜੀ ਹੈ। ਗੁਰਮੁਖੋ ਅੱਖਰ ਬਹੁਤ ਵੱਡੀ ਚੀਜ਼ ਨੇ, ਪਰ ਜਦੋਂ ਅੰਦਰ ਟੇਕ ਕੇ ਸੁਰਤ ਜੁੜ ਜਾਏ ਉਦੋਂ ਅੱਖਰ ਵੀ ਅਲੋਪ ਹੋ ਜਾਂਦੇ। ਸਿਰਫ ਲਿਵ ਹੈ। ਉਹ ਸਤਿਗੁਰਾਂ ਨੇ ਬਚਨ ਕਿਹਾ, ਮੈਂ ਸਿਰਫ ਬੇਨਤੀ ਕਰ ਲਗਾ ਕਿਵੇਂ ਭੁੱਲ ਗਿਆ, ਹੁਣ ਫਿਰ ਇਹਨੂੰ ਯਾਦ ਨਹੀਂ ਆ ਰਿਹਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਉਹ ਪਹਿਰਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ, ਮਿੱਤਰਾ ਹੁਕਮ ਭਇਆ ਗਰਭਾਸ। ਹੁਕਮ ਦੇ ਵਿੱਚ ਮਾਤਾ ਦੇ ਗਰਭ ਵਿੱਚ ਤੈਨੂੰ ਵਾਸ ਮਿਲਿਆ। ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ, ਮਿੱਤਰਾ ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ, ਮਿੱਤਰਾ ਖਸਮ ਸੇਤੀ ਅਰਦਾਸ। ਇਹਦੇ ਅਰਥ ਸਿੱਧੇ ਨੇ ਜੀ। ਉਰਦ ਤਪ, ਪੁੱਠਾ ਲਟਕ ਕੇ ਤੂੰ ਤਪ ਕਰ ਰਹੇ, ਖਸਮ ਸੇਤੀ ਅਰਦਾਸ। ਮੈਂ ਕੱਲ ਵੀ ਆਪ ਨੂੰ ਕਿਹਾ ਸੀ, ਆਪ ਵਿੱਚ ਭਾਵੇਂ ਡਾਕਟਰ ਸਾਹਿਬ ਬੈਠੇ ਹੋਣ, ਘਰ ਸੁਣਦੇ ਹੋਣ, ਤੁਸੀਂ ਸਾਇੰਸ ਦੇ ਬਹੁਤ ਮਾਹਿਰ ਹੋਵੋ, ਪਰ ਫਿਰ ਵੀ ਮੇਰੀ ਬੇਨਤੀ ਜੇ ਆਪਣੇ ਗਿਆਨ ਨੂੰ ਗੁਰੂ ਦੇ ਸ਼ਬਦ ਤੋਂ ਉੱਚੇ ਲਿਜਾ ਕੇ ਗੱਲ ਨਹੀਂ ਕਰਨੀ। ਸ਼ਬਦ ਹੀ ਸਾਡੇ ਲਈ ਉੱਚਾ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਉੱਥੇ ਲਿਵ ਜੁੜੀ ਸੀ, ਅਰਦਾਸ ਸੀ। ਉਹ ਅਰਦਾਸ ਅਸੀਂ ਖੁਦ ਕੀਤੀ। ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ, ਮਿੱਤਰਾ ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ, ਮਿੱਤਰਾ ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕਲ ਪੀਤਰ ਬੌੜ ਜਾਸੀ ਨਾ। ਕਿਹੜੀ ਮਰਿਆਦਾ ਲੈ ਕੇ ਆਇਆ ਜੀ? ਮਿਰਜਾਦ ਸ਼ਬਦ ਹੈ ਨਾ ਇੱਥੇ ਤੇ। ਕਿਹੜੀ ਇਹਦੀ ਮਰਿਆਦਾ ਸੀ? ਆ ਮਰਿਆਦਾ ਵੀ ਜੇ ਅਸੀਂ ਤਨ ਤੇ ਕੱਪੜੇ ਪਾਏ ਨੇ, ਖਿਮਾ ਕਰਿਓ, ਤਾਂ ਬਾਕੀ ਜਾਨਵਰ ਜੇ ਘਰ 'ਚ ਰੱਖਣੇ ਆ, ਆਪੇ ਹੀ ਕਹਿੰਦੇ ਵੀ ਇਹਦੇ ਉੱਤੇ ਕੱਪੜਾ ਪਾ ਦਿਓ, ਇਸ ਤਰ੍ਹਾਂ ਕਰ ਦਿਓ, ਕਦੀ ਮੰਗਦਾ? ਮਰਿਆਦਾ ਵਿੱਚ ਬੰਦਾ ਹੀ ਰਹਿ ਰਿਹਾ, ਕੱਪੜਿਆਂ ਵਿੱਚ ਤਨ ਲਪੇਟੀ ਬੈਠਾ ਹੈ। ਜਿੰਨਾ ਮਰਜ਼ੀ ਆਪਣੇ ਆਪ ਨੂੰ ਲੁਕਾਉਂਦਾ ਹੈ, ਬਸਤਰਾਂ ਵਿੱਚ ਵੀ ਲੁਕਾ ਰਿਹਾ ਹੈ, ਪਰ ਉਹ ਅੰਦਰ ਵਾਲੀ ਵਾਸ਼ਨਾ ਬਸਤਰਾਂ ਵਿੱਚ ਵੀ ਆਪਣੇ ਫੁਰਨੇ ਤਿਆਗਦੀ ਨਹੀਂ। ਕੋਈ ਮਰਿਆਦਾ ਲੈ ਕੇ ਆਇਆ, ਨੰਗਾ ਆਇਆ ਜੀ, ਕੋਈ ਕੁਪੀਨ ਨਹੀਂ, ਕੋਈ ਲੰਗੋਟੀ ਨਹੀਂ, ਕੋਈ ਕੁਛ ਨਹੀਂ, ਨਗਨ ਆਇਆ। ਉਂਝ ਦੇ ਅਰਥ ਇਹ ਵੀ ਗੁਰਮੁਖ ਕਰਦੇ ਨੇ, ਕਿਸੇ ਵੀ ਧਰਮ ਦੀ ਮਰਿਆਦਾ ਥੋੜਾ ਲੈ ਕੇ ਆਇਆ ਬਾਹਰ ਮੁਖੀ।
ना मिर्जाद आया कल भीतर बौड़ जासी नांगा, जैसी कलम गुड़ी है मुस्तक तैसी जीड़े पास, कहो नानक प्राणी पहले पैरे हुक्म पया गरबास। वो लिव बड़े कमाल दी। एक गुरमुख प्यारे कहते होंदे सन, सीधी जी गल समझाने लई, वो कहते सन जदों बच्चा रोंदा है उस वेले की गल करते सन। अज तो न्याणे कोल बड़े खिडौने ने, ये दो चीज़ां इकट्ठियां रहणगीਆਂ। जिथे चानण होवेगा उत्थे शब्द भी जरूर होवेगा। प्रकाश का ते शब्द का आपसी बड़ा मेल है। तुसीं देखियो बदल चमकेगा ना, चमक दिसेगी तो आवाज़ भी नाल जरूर आएगी। जे चमकेगा चमक है तो गरज भी है। जदों बच्चा रोंदा है तो कई बारी तुसीं देखो रोंदे बच्चे दे कोल दीवा बाल दिओ ना, वो दीवे की लाट नूं देख के चुप कर जाता। रोंदे कोई बच्चे दे कोल आपां मान लो चिमचा कौली या चिमचा गलासी लैके खड़कानी शुरू कर दो, वो भी कई बारी आवाज़ सुन के खामोश हो जाता है। तो वो कहते सन किसी जोत ते किसी नाद नाल जुड़िया होया सी, उन्होंने याद कर लिया। फिर भुल किवें गया, उत्थे याद सी। गुरु साहब कहते पहला भुलण का कारण वो दूजा पैर है, दूजे पैर है रैण कै वणजारिया मित्रा, विसर गया ध्यान। इत्थे भुल गया, बस इथों भुल शुरू हुई। मरते दम तक इनू गुरु महापुरख संत जन सारे कही गए समझ समझ नॉलेज भी है, ये नहीं कि समझ कोई नहीं। गुरु तेग बहादुर साहब ने कहा ये नहीं कि अनपढ़ है, कहते वेद भी जानता है, पुराण भी जानता है, ज्ञान भी जानता है, पर अंदर वाला जिहड़ा वो मन नहीं रहा। सतगुरु ने कहा दूजे पैर रहन कै वणजारिया मित्रा, विसर गया ध्यान। वो विसर गया। हथों हथ नचाइए वणजारिया मित्रा, ज्यों जसदा कर कान। हथों हथ नचाइए प्राणी मात कै सुत मेरा, चेत अचेत मूड मन मेरे। फिर चेता कराया तू भुल गए। देखो विसर गया ध्यान, चेत अचेत मूड मन मेरे, अंत नहीं कछ तेरा, जिन रच रचिया तिसै ना जाने, को माई भूलियो बन समझा। एवं नहीं अद्धी तो का पार्थ करके निकलांगे। जिन रच रचिया तिसै ना जाने, मन भीतर धर ज्ञान, कहो नानक दूजा पैर है प्राणी, विसर गया ध्यान। दूजा पैर आया, साईं का ध्यान विसर गया। फिर ये प्रचल संसार च विचर लगा। इनू याद भी बहुत कुछ रह गया तो भुलिया भी बहुत कुछ है। एक तो सब तो वड्डी भुल ये सी कि साईं वाला पासा जिहड़ा वो जांदा रहा, परमेश्वर वाले पासे नहीं तुरिया। फिर गुरमुखो इन्हें याद बहुत कुछ रखा। मैं उस दिन क्या सी, जिस बंदे ने साडे नाल माड़ा कीता, कोई माड़ा बोले, दुनियावी तौर पर कह रहा, वो बंदा छेती नहीं जे भुलदा। जिस बंदे ने पर उपकार कर लिया उन्होंने बंदा याद कोई नहीं रखता। ये बिरती है ना साडी, ये कली मेरी नहीं, हर बंदे दी है। जदों वो याद करने वाली चीज़ां याद नहीं रखियां, जिहड़ी नहीं सी याद करनी वो अपने ज़हन विच रख ली, उन्होंने याद किया। इसे करके गुरबाणी ने फिर उस चीज़ नूं चेते कराने नूं कदी मौत चेते कराई, कदी दुख चेते कराया, कदी जन्म मरण चेते कराया। इहदा मकसद सिर्फ इन्ना सी कि बंदा भुल गया, इस भुले नूं सही रस्ते ते पाया जाए। हुण सुनो, मैं कुछ बेनतियां होर करांगा कि गुरु ग्रंथ साहिब विच जदों बाहरमुखी भुलिया, फिर इन्ना कुछ भुल गया, जिहड़ी चीज़ नहीं सी विहाजनी उहनूं विहाज लिया। ऐसे काहे भूल भरे, भुल गया ना मन। ऐसे काहे भूल भरे, करें करावें मुकर पावें, पेकत सुनत सदा संग हरे। तेनू वेख रहा, तेन सुन रहा, खरी तेरे नाल है, काच विहाजन कंचन छाडन, बैरी संग हेत साजन त्याग खरे। इस तोख च महाराज ने सब कोई क्या आ भुल गए। कांच विहाजन, झूठ नूं रोज विहाजदा पिया, किन्ना को कचरा अपने अंदर पाई बैठा अंदर। सच्ची गुरु गुरु तो यही मेहर करता है, कचरे नूं बाहर कढ़ के अंदर नूं धो के भांडे नूं रूहानियत नाल भर देता। एक बार मैं बेनती की, श्रीमान भाई वीर सिंह, उन्हां दी एक नज़म है, कविता है, इलम ते अमल। उन्होंने उदाहरण दी एक मंगते नाल, सिर्फ मैं समझने वास्ते मन नूं
ਵੀ ਬਹੁਤ ਕੁਝ ਕਚਰਾ ਇਕੱਠਾ ਕਰੀ ਬੈਠਾ। ਉਹ ਕਚਰੇ ਦੀ ਬੋਝ ਨਹੀਂ ਟਿਕਣ ਦਿੰਦੇ, ਨਾ ਸਿਮਰਨ 'ਚ, ਨਾ ਨਾਮ 'ਚ, ਨਾ ਬੰਦਗੀ 'ਚ। ਕਿਉਂਕਿ ਚੱਲਦੀ ਬੜਾ ਪੁੱਠਾ, ਬੜਾ ਪੁੱਠਾ ਚੱਲਦਾ। ਉੱਥੇ ਭੁੱਲ ਗਿਆ ਨਾ। ਉਹ ਕਹਿੰਦੇ ਨੇ ਵੀ ਜਿਵੇਂ ਇੱਕ ਮੰਗਤਾ ਹੱਥ ਵਿੱਚ ਚਿੱਪੀ ਪਕੜ ਕੇ ਥਾਂ ਥਾਂ ਤੇ ਜਾਂਦਾ ਹੈ, ਤੇ ਕਈ ਐਸੇ ਮਿਲਦੇ ਨੇ। ਉਂਝ ਵੈਸੇ ਬੋਧੀ ਜਿਹੜੇ ਨੇ, ਤੁਸੀਂ ਕਦੇ ਦੇਖਿਓ ਇਹ ਥਾਈਲੈਂਡ ਜਦੋਂ ਜਾਈਦਾ ਹੈ, ਉਹ ਇੱਕ ਵਾਰੀ ਮੰਗਣ ਜਾਂਦੇ ਆ ਚਿੱਪੀ, ਜੋ ਕਿਸੇ ਪਾ ਦਿੱਤਾ ਪਵਾਈ ਜਾਂਦੇ। ਕਹਿਣ ਲੱਗੇ ਚਿੱਪੀ, ਚਿੱਪੀ ਸ਼ਬਦ ਸਮਝਣੇ ਨਾ ਜੀ ਆਪਾਂ, ਉਹਨਾਂ ਦਾ ਪਾਤਰ ਜਿਹੜਾ। ਕਮੰਡਲ ਵੀ ਕੱਲ ਮੈਂ ਸ਼ਬਦ ਵਰਤਿਆ ਸੀ, ਉਹ ਕਮੰਡਲ ਵੈਸੇ ਹੋਰ ਹੁੰਦਾ ਹੈ। ਉਹ ਚਿੱਪੀ 'ਚ ਮਿੱਠਾ ਪਾਤਾ, ਉਹਦੇ ਸਲੂਣਾ ਪਾਤਾ, ਉਹ 'ਚ ਰੋਟੀ ਪਾਤੀ, ਉਹ 'ਚ ਆ ਜਿਹੜਾ ਕਹਿੰਦਾ ਵੇਦ ਪੁਰਾਣ ਸਾਧ ਮਗ ਸੁਣ ਕਰ। ਸੁਣਿਆ ਸਭ ਕੁਝ ਪਰ ਬਦਬੂ ਮਾਰਨ ਲੱਗ ਪਏ। ਕੱਲ ਨੂੰ ਅੱਗੇ ਮਹਾਰਾਜ ਕਹਿਣਗੇ ਕਿ ਇਹਨਾਂ ਸਾਰੇ ਗ੍ਰੰਥਾਂ ਦਾ ਮਤਲਬ ਹੈ ਤੂੰ ਬੰਦਗੀ ਕਰ, ਤੂੰ ਸਿਮਰਨ ਕਰ। ਹੁਣ ਉਸ ਚਿੱਪੀ ਵਿੱਚ ਬਹੁਤ ਕੁਝ ਪੈ ਗਿਆ। ਭਾਈ ਸਾਹਿਬ ਕਹਿੰਦੇ ਨੇ ਬੰਦੇ ਕਈ ਵਾਰੀ ਆਪਣੇ ਦਿਮਾਗ ਦੀ ਚਿੱਪੀ ਬਣਾਉਂਦੇ ਆ। ਇਹਨੂੰ ਖੱਪਰ ਸ਼ਬਦ ਸੌਖਾ ਰਹੇਗਾ, ਕਚਕੋਲ, ਇਹਨੂੰ ਖੱਪਰ ਬਣਾਉਂਦੇ ਆ। ਤੇ ਜਿੱਥੋਂ ਜਿੱਥੇ ਕੋਈ ਸ਼ਬਦ ਮਿਲਦਾ ਉਹਨੂੰ ਵਿੱਚ ਪਾਈ ਜਾਂਦੇ ਆ। ਉਦਾਹਰਨਾਂ ਪਾ ਲਈਆਂ, ਕਹਾਣੀ ਪਾ ਲਈ, ਕੋਈ ਚੀਜ਼ ਪਾ ਲਈ, ਸਭ ਕੁਝ ਪਾਈ ਗਏ ਆ। ਤੇ ਫਿਰ ਕੁਝ ਦਿਨਾਂ ਤੋਂ ਬਾਅਦ ਜਦੋਂ ਜ਼ਿਆਦੀਆਂ ਗੱਲਾਂ ਕਰਨ ਲੱਗ ਪੈਂਦੇ ਆ, ਫਿਰ ਪਿੱਛੇ ਵਾਲੇ ਜਿੰਦਾਬਾਦ ਕਹਿਣ ਲੱਗ ਪੈਂਦੇ ਆ। ਤੇ ਫਿਰ ਕੱਲਿਆਂ ਨੂੰ ਭੁਲੇਖਾ ਪੈ ਜਾਂਦਾ ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਪਿੱਛੇ ਵਾਲੀ ਜਿੰਦਾਬਾਦ ਕਰਦੇ ਆ ਨਾ, ਮੇਰੇ ਵਰਗਾ ਕੋਈ ਨਹੀਂ। ਭਾਈ ਸਾਹਿਬ ਨੇ ਇੱਕ ਬੜੀ ਸੋਹਣੀ ਗੱਲ ਕੀ, ਕਹਿੰਦੇ ਨੇ ਕਿ ਇੱਕ ਦਿਨ ਇਹ ਖੋਪੜੀ ਮੈਂ ਗੁਰੂ ਕੋਲ ਲੈ ਗਿਆ। ਇਹ ਭਾਂਡਾ ਜਿਹੜਾ ਭਰਿਆ ਸੀ ਮੈਂ ਗੁਰੂ ਕੋਲ ਲੈ ਗਿਆ। ਤੇ ਜਿਹੜੇ ਨਾਲ ਗਏ ਉਹਨਾਂ ਦੱਸਿਆ ਜੀ ਬੜਾ ਵੱਡਾ ਵਿਦਵਾਨ, ਇਹ ਬਹੁਤ ਵੱਡਾ ਵਿਦਵਾਨ। ਮੈਂ ਇਸੇ ਕਰਕੇ ਵਾਰ-ਵਾਰ ਕਹਿਣਾ ਕਿ ਗੁਰਮੁਖੋ, ਕਥਾ ਕੀਰਤਨ ਵਾਲੇ ਨੂੰ ਗੁਰੂ ਕੀ ਸੰਗਤ ਦੇ ਭਾਂਡੇ ਹੱਥੀ ਜ਼ਰੂਰ ਮਾਂਜਣੇ ਚਾਹੀਦੇ ਜਦੋਂ ਵੀ ਸਮਾਂ ਮਿਲੇ। ਜੇ ਭਾਈ ਨੰਦ ਲਾਲ ਸਾਹਿਬ ਜੀ ਵਰਗਾ ਸ਼ਾਇਰ ਜਿਹਦਾ ਕੋਈ ਮੁਕਾਬਲਾ ਨਹੀਂ, ਸੱਚ ਜਿਹਦਾ ਕੋਈ ਮੁਕਾਬਲਾ ਨਹੀਂ, ਇੱਥੋਂ ਤੱਕ ਕਿ ਕੁਰਾਨ ਦੇ ਅਰਥ ਜਦੋਂ ਕਰਦਾ ਐਤ ਦੇ, ਤੇ ਔਰੰਗਜ਼ੇਬ ਦੀ ਦਰਬਾਰ ਦੇ ਜਿੰਨੇ ਵੀ ਮੌਲਾਣੇ ਨੇ ਜਾਂ ਆਲਿਮ ਨੇ, ਉਹ ਸਾਰੇ ਚਕਿਤ ਹੋ ਜਾਂਦੇ ਆ, ਹੈਰਾਨ ਹੁੰਦੇ ਨੇ ਕਿੰਨੇ ਕੀਤੇ। ਏਡੀ ਵੱਡੀ ਉਹਦੇ ਕੋਲ ਗਿਆਨ ਦੀ ਦਾਤ, ਏਡੀ ਵੱਡੀ ਪਦਵੀ। ਤੇ ਜਦੋਂ ਗੁਰੂ ਗੋਬਿੰਦ ਸਿੰਘ ਕੋਲ ਆਉਂਦੇ ਨੇ ਧਿਆਨ ਨਹੀਂ ਦਿੰਦੇ। ਕਹਿੰਦੇ ਮੈਂ ਆਇਆ ਗੁਰੂ ਜੀ, ਕਹਿੰਦੇ ਭਾਂਡੇ ਮਾਂਜ ਚੱਲ। ਹਾਲਾਂ ਉਹਨਾਂ ਦੀ ਬਾਣੀ ਸਿਰਫ 52 ਕਵੀਆਂ ਵਿੱਚੋਂ, ਗੁਰੂ ਬਾਣੀ ਤੋਂ ਬਾਅਦ ਜੇ ਕਿਸੇ ਦੀ ਰਚਨਾ ਨੂੰ ਦਰਬਾਰ ਸਾਹਿਬ ਵਿੱਚ ਗਾਇਆ ਜਾਂਦਾ, ਭਾਈ ਸਾਹਿਬ ਕੀਰਤਨ ਕਰਕੇ ਕਰਦੇ ਆ ਦਰਬਾਰ ਸਾਹਿਬ, ਜਾਂ ਭਾਈ ਗੁਰਦਾਸ ਸਾਹਿਬ, ਭਾਈ ਨੰਦ ਲਾਲ। ਕਿਉਂ? ਕਿਉਂਕਿ ਗੁਰੂ ਨੂੰ ਪਤਾ ਸੀ ਗਿਆਨ ਬਹੁਤ ਹੈ, ਨੌਲੇਜ ਬਹੁਤ ਹੈ। ਸਿੱਖੀ ਕੇਵਲ ਨੌਲੇਜ ਦਾ ਨਾਮ ਨਹੀਂ, ਸਿੱਖੀ ਆਤਮਕ ਰੂਹਾਨੀਅਤ ਜੀਵਨ ਦਾ ਨਾਮ ਹੈ। ਹਜ਼ੂਰ ਨੇ ਕਿਹਾ ਚੱਲ ਭਾਂਡਿਆਂ 'ਚ ਖੜਾ ਹੋ ਜਾ। 52 ਕਵੀ, ਤੇ ਮੈਂ ਜਾਂ ਭਾਈ ਧੰਨਾ ਜੀ ਦਾ, ਧੰਨਾ ਸਿੰਘ ਦਾ ਪੜ੍ਹਿਆ ਤਬੇਲੇ 'ਚ, ਮੈਂ ਭੁੱਲਾਂ ਨਾ, ਜਾਂ ਮੈਂ ਭਾਈ ਨੰਦ ਲਾਲ ਸਾਹਿਬ ਦਾ ਪੜ੍ਹਿਆ। ਤੇ ਉਂਝ ਜਿਨ੍ਹਾਂ ਨੂੰ ਸ਼ੌਂਕ ਹੈ ਨਾ ਜ਼ਿੰਦਗੀ 'ਚ ਘੱਟੋ ਘੱਟ ਇਹ ਵੇਖਣ ਦਾ ਵੀ ਗੁਰੂ ਗੋਬਿੰਦ ਸਿੰਘ ਦੇ 52 ਕਵੀ ਕਿਹੜੇ ਸਨ, ਗੁਰੂ ਦੇ 35 ਲਿਖਾਰੀ ਕਿਹੜੇ ਸਨ, ਉਹ ਇੱਕ ਕਿਤਾਬ ਜ਼ਰੂਰ ਪੜ੍ਹਿਓ, ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਰਤਨ। ਇਹ ਕਿਤਾਬ ਆਪਣਾ ਜੀ ਸਰਦਾਰ ਪਿਆਰਾ ਪ੍ਰੋਫੈਸਰ ਪਿਆਰਾ ਸਿੰਘ ਪਦਮ ਹੋਣਾ ਲਿਖੀ। ਇਹ ਸਾਰੀ ਕਿਤਾਬ 'ਚ ਡਿਟੇਲ ਦਿੱਤੀ ਹੈ, ਕਿਹੜੇ ਕਿਹੜੇ ਕਵੀ, ਨਾਲ ਰਚਨਾਵਾਂ ਦਿੱਤੀਆਂ ਨੇ। ਕਿਉਂਕਿ ਅੱਜ ਮਿਹਨਤ, ਫਿਰ ਮੈਂ ਗੱਲ ਰੋਜ਼ ਇਹ ਕਰ ਰਿਹਾ, ਅੱਜ ਮਿਹਨਤ ਦੀ ਕੀਮਤ ਨਹੀਂ, ਅੱਜ ਬਦਖੋਈ ਤੇ ਨਿੰਦਿਆ ਦੀ ਕੀਮਤ ਹੈ, ਧੜੇ ਦੀ ਕੀਮਤ ਹੈ। ਉਹ 52 ਕਵੀ, ਉਹਨਾਂ ਵਿੱਚੋਂ ਸ਼੍ਰੋਮਣੀ ਨੰਦ ਲਾਲ 2 ਹੋਏ ਨੇ। ਇੱਕ ਭਾਈ ਨੰਦ ਲਾਲ ਗੋਇਆ ਹੈ, ਇੱਕ ਨੰਦ ਲਾਲ ਪਿੰਡੀ ਲਾਲ ਦਾ ਭਰਾ ਹੈ। ਜਿਹੜੀ ਆਹ ਅਸੀਂ ਪੜ੍ਹਦੇ ਹਾਂ, ਇੱਕ ਦਿਨ ਕਲਗੀਆਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ, ਭਾਈ ਅਸਾਡੀ ਲੱਖੀ ਫਕੀਰੀ ਸੋ ਮਸਤਕ ਧਰ ਲੀਤੀ, ਸਾਰੀ ਉਮਰ ਗੁਨਾਹੀ ਬੀਤੀ ਖਰ ਕੀ ਭਗਤ ਨਾ ਕੀਤੀ, ਆਕੇ ਸੁਧਰ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਇਹ ਇਸ ਨੰਦ ਲਾਲ ਦੇ ਨਹੀਂ ਹੈਗੇ, ਇਹ ਨੰਦ ਲਾਲ ਦੂਸਰੇ ਨੇ। 52 ਕਵੀਆਂ 'ਚ ਇੱਕ ਨੰਦ ਲਾਲ ਹੋਰ ਆਏਗਾ। ਇਹ ਰਚਨਾ ਉਹਨਾਂ ਦੀ ਹੈ ਕਿ ਆਗੇ ਸੁਧਰ ਚਲੋ ਨੰਦ ਲਾਲਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਏਡਾ ਵੱਡਾ ਕਵੀ, ਇੰਨਾ ਵੱਡਾ ਉਹ ਸੱਜਣ, ਤੇ ਉਹਨੂੰ ਗੁਰੂ ਸਾਹਿਬ ਨੇ ਭਾਂਡਿਆਂ 'ਚ ਖੜੇ ਕਰ ਦਿੱਤਾ। ਗੁਰਮੁਖੋ ਗਿਆਨ ਹੋਵੇ, ਗਿਆਨ ਦੇ ਨਾਲ ਭਾਵਨਾ ਹੋਵੇ, ਭਾਵਨਾ ਨਾਲ ਨਿਮਰਤਾ ਹੋਵੇ, ਫਿਰ ਦੇਖੋ ਗਿਆਨ ਨਿਰੇਗਾ ਨਿਆਲੇ ਤੀਰ ਦੀ ਤਰ੍ਹਾਂ
जिथे वो बोलेगा गाएगा लोगों के सीने विन के चला जाएगा। उत्थे मेरी बेनती है, गुरु साहब ने शब्द वरते भाई साहब भाई नंद लाल जी वो लंगर के भांडिया च खलोते भांडे मांजते पे गुरु साहब के चरणा जुड़े हुए। मैं आप जी बेनती कर लगा, सतगुरु ने सानू एक कृपा की भी इनू याद रह जाए, इनू भुल गया है। थोड़े जे शब्द आप लाँगे किवें भुलदा है, उंज भुलदा बंदा उत्थे ही है जिहड़ी दूजी चीज़ प्रभाव पा जाए, जिन्हों अंदर थां ना देनी उन्होंने भुल जाता है। अज जो महाराज ने खालसा साजिया, अज जो क्या ना सेव करी ने कि भाव तो ब्राह्मण भी आ गया, उन्हें क्या महाराज सब कुछ सब नूं दिता साडे लई। महाराज कहते तुहाडा चेता ही भुल गया। वो भी सियाणा सी, कहंदा चेता उदों ही भुलदा जिन्हों अंदर थां ना देईए। महाराज कहते इस तरी समझ कि आ गुरसिख ने जिन्हां दी सेवा आपां करनी। आपनूं पता है कि गुरु नानक साहब ने सब तो पहला जिहड़ी अरदास जपजी साहिब विच कीती वो यही कीती है कि हे मेरे परमात्मा मेरे चेते विचों तेरा नाम ना भुले। भुलिया है लोकां नूं। आ पंजवीं पौड़ी दी अखीरलियां तुकां, जे हो जाना आखा नाही कहना कथन न जाई। सतगुरु शब्द कह रहे हैं, जे को जाना आखा नाही कहना कथन न जाई। गुरा एक देह बुझाई, एक गल चंगी तरह समझा दे जिहड़ी भुल गया वा। सबना जियां का एक दाता सो मैं विसरना चाहिए, मैनू विसरे ना। मैं फिर उस बचन ते होना भुल गया। कच नूं प्यार करदा, सच नूं छड्ड दिता। काच बिहाजन कंचन छाड़न बैरी संग हेत। ਜਿਹੜੇ ਵੈਰੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਅੰਦਰ ਇੰਜ ਰੱਖਦਾ ਜਿਵੇਂ ਪੁੱਤਰਾਂ ਧੀਆਂ ਮਾਪਿਆਂ ਨੂੰ ਰੱਖਦਾ। ਜਿਹੜੇ ਸਤ ਸੰਤੋਖ ਦਇਆ ਧਰਮ ਖਿਮਾ ਨੇ ਸਾਥ ਦੇਣਾ ਸੀ ਉਹਨਾਂ ਲਈ ਬੂਹਾ ਬੰਦ ਕਰਤਾ, ਭੜਕਣ ਨਹੀਂ ਦਿੰਦਾ ਨੇੜੇ। ਬੈਰੀ ਸੰਗੀਤ ਬਾਹਰ ਮੁਖੀ ਨਹੀਂ ਦੇ ਅਰਥ। ਇੱਥੇ ਇਹ ਵੈਰੀ ਨੇ ਲੱਭ ਪਾਪ ਦੋ ਰਾਜਾ ਮਹਿਤਾ ਕੂੜ ਹੋਆ ਸਿਕਦਾਰ। ਕੰਮ ਨੇ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਬੈਰੀ ਸੰਗੀਤ ਸਾਜਨ ਤਿਆਗ ਕਰੇ, सज्जना नूं अंदरों कढ़ दिता। गुरु साहब शब्द वरत रहे ने, होवन कौरा अनहोवन मीठा। जिहड़ा है ही कुछ नहीं नकम्मा वो मिठा है। उंज सतगुरु ने भुलिया होया पर एक होर भी कह शब्द, आवत को जाता कह जाते को आया। परकी को अपनी कह आपनों नहीं पाया। मीठे को कौड़ा कहे कड़वे को मीठा। राते की निंदा करें ऐसा कल मैं डीठा। को माई भूलियो मन समझा। ये भुल गया है ना जी। मैं फिर उससे बचन ते आवांगा। ये थोड़े जे अर्थ कर ली। आवत को जाता कहे, जेड़ा बंदगी कर करके जन्म सफल कर गया उन्हां बारे ढंडोरे पिटदा पिया ते गया गवाचा जी, गदार जी, छड्डो जी। ते जेड़ा कदी सवेरे जपजी साहब दा पाठ भी नहीं करदा कहंदा इहदे वर्गा पंथ भी कोई नहीं। मैं तुहानूं एक बेनती करांगा, जेड़ा बंदा चलो अनपढ़ बंदा बाणी नहीं पढ़दा गल वखरी है। जिस बंदे ने कदी जबान तो बह के शब्द नहीं पढ़िया, बाणी नहीं पढ़ी, गुरु ग्रंथ साहब दा पाठ नहीं किया, खिमा मैनू कर दिओ ते काहदा पंथ के जी जिन्हों ग्रंथ की समझ ही कोई नहीं। बाबा अतर सिंह महाराज लाहौर बैठे सन। इस घटना का जिक्र वो सज्जन ने किया जिहदे बजुर्ग कोल बैठे सन। एक सिंह आया, सिंह शब्द वरता, उन्होंने कहा जी पंथ बारे कोई सोचो, कुछ करो। मैं अज भी स्टॉकटन बेनती करके आया, किसी भी सोसाइटी किसी भी तुसी जिथे काम करते हो कंपनियां च, कि तुहाडे सारे काम करने वालियां दे विचार मिलते हैं? विचार भेद परिवार में भी हुंदा है। ख्यालों का विचारों का भेद होना कोई माड़ी गल नहीं। मन भेद नहीं होना चाहिए। जिथे मन दे विच फर्क पै जाए उत्थे नुकसान होता है। ख्यालों का विचार वटांदरे विच उन्हें आके कहा जी भी बाबा जी चढ़दी कला जी किस तरह जी पंथ जी। तो ये भी लोग सच्चे ने क्योंकि संत बाणे दे थले जेबा सारे भरदे रहे। खिमा करियो जगियासू दे अंदर दी तृप्ति कोई ना करा सकिया। तो तां फिर जगियासू कहता नहीं कोई सच्चा नहीं, सब झूठे तुरे फिरदे। जो सट वजदी की नहीं करेगा। उन्होंने कहा जी पंथ बारे कुछ। तो बाबा अतर सिंह मैं फिर बेनती करांगा, बड़ी वड्डी देन है उन्हों की पंथ विच।
ਸਿੰਘ ਸਭਾ ਮੂਵਮੈਂਟ ਦੇ ਨਾਲ ਉਹ ਬਰਾਬਰ ਕੰਮ ਕਰਦੇ ਰਹੇ। ਅੰਗਰੇਜ਼ ਕਹਿੰਦਾ ਸੀ ਕਿ ਅਤਰ ਸਿੰਘ ਦਾ ਕੀਰਤਨ ਜਿਹੜਾ ਬਾਬਾ ਜੀ ਦਾ ਜਿਹੜਾ ਕੀਰਤਨ ਇਹ ਤਾਂ ਅਕਾਲੀ ਪੈਦਾ ਕਰਦਾ ਹੈ। ਮੈਂ ਉਹਨਾਂ ਦੀ ਗੱਲ ਕਰ ਰਿਹਾ, ਉਦੋਂ ਵਾਲਿਆਂ ਦੀ। ਬਾਬਾ ਜੀ ਕੀਰਤਨ ਕਰਕੇ ਹਟੇ ਸਨ, ਵਾਰ-ਵਾਰ ਫਿਰ ਕਿਹਾ ਜੀ ਤੁਸੀਂ ਚਿਮਟੇ ਵਜਾਈ ਜਾਂਦੇ ਹੋ, ਢੋਲਕੀਆਂ ਖੜਕਾਈ ਜਾਂਦੇ ਹੋ। ਉਹਨੇ ਇੱਕੋ ਗੱਲ ਕੇ ਕੋਲ ਬਿਠਾ ਕੇ ਗੁਰਮੁਖਾ ਸੱਚ ਦੱਸਿਆ, ਸਵੇਰੇ ਨਿਤਨੇਮ ਕੀਤਾ ਹੀ। ਕਹਿੰਦਾ ਜੀ ਮੈਂ ਪੰਥ ਦੀ ਸੇਵਾ ਕਰਨਾ, ਤੇ ਮਹਾਰਾਜ ਕਹਿੰਦੇ ਜਿਹਨੂੰ ਮੱਥਾ ਟੇਕਿਆ ਇਹਦੀ ਵੀ ਕਰ ਲੈ। ਉੱਥੇ ਸ਼ਬਦ ਉਹਨਾਂ ਬੜੇ ਵਜਦ ਚ ਆ ਗਏ। ਮੈਂ ਇਹੋ ਸ਼ਬਦ ਵਸਾਂ ਵੀ ਗੁੱਸੇ ਚ ਨਹੀਂ, ਵਜਦ ਚ ਆਏ। ਉਹਨਾਂ ਕਿਹਾ ਗੱਲ ਸੁਣ ਸਿੱਖਾਂ, ਜਿੱਦਣ ਸਿੱਖਾਂ ਦੇ ਘਰਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅੰਮ੍ਰਿਤ ਵੇਲੇ ਖੂਹ ਤੇ ਡੋਲ ਖੜਕਣਗੇ, ਉਦੋਂ ਖੂਹਾਂ ਤੇ ਇਸ਼ਨਾਨ ਕਰਦੇ ਸਨ, ਖੂਹਾਂ ਤੇ ਡੋਲ ਖੜਕਣਗੇ, ਗੁਰੂ ਨਾਨਕ ਦੇ ਜਪ ਦੀ ਆਵਾਜ਼ ਸਿੱਖ ਦੇ ਮੂੰਹ ਵਿੱਚੋਂ ਅੰਮ੍ਰਿਤ ਵੇਲੇ ਆਏਗੀ। ਗਿਣਤੀ ਚ ਭਾਵੇਂ ਥੋੜੇ ਰਹਿ ਜਿਓ, ਇਹਦੇ ਪੰਥ ਦਾ ਪ੍ਰਤਾਪ ਦੁਨੀਆ ਦੀ ਕੋਈ ਤਾਕਤ ਖਤਮ ਨਹੀਂ ਕਰ ਸਕੇ, ਕਿਉਂਕਿ ਸਾਨੂੰ ਤਾਕਤ ਸ਼ਬਦ ਨੇ ਦੇਣੀ ਹੈ, ਬਾਣੀ ਨੇ ਦੇਣੀ ਹੈ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਸਮਾਂ ਆ ਗਿਆ, ਕਿਵੇਂ ਭੁੱਲ ਗਿਆ? ਇੰਨਾ ਭੁੱਲ ਗਿਆ। ਗੁਰੂ ਜੀ ਕਹਿੰਦੇ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ। ਇਹ ਵੀ ਇਹਦੇ ਵਿੱਚ ਹੀ ਹੁੰਦਾ, ਕੋ ਮਾਈ ਭੁੱਲਿਓ ਮਨ ਸਮਝਾਵੇ। ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ। ਜਿਹੜੀ ਆਪਣੀ ਨਹੀਂ ਬਣਨੀ, ਮਾਇਆ ਕਹਿ ਲੋ, ਪਦਾਰਥ ਐਸ਼ਵਰਜ, ਉਹਨੂੰ ਆਪਣੀ ਕਹਿੰਦਾ। ਆਪਣੋਂ ਨਹੀਂ ਪਾਇਆ, ਜਿਹਨੇ ਆਪਣਾ ਬਣਨਾ ਸੀ ਉਹ ਚੰਗਾ ਹੀ ਕਦੀ ਲੱਗਦਾ। ਨਾਮ ਸਿਮਰਨ ਚੰਗਾ। ਪਰ ਕੀ ਕੋ ਆਪਣੀ ਕਹੇ, ਆਪਣੋਂ ਨਹੀਂ ਕਾਇ ਪਾਇਆ। ਮੀਠੇ ਕੋ ਕੌੜਾ ਕਹੇ, ਕੜਵੇ ਕੋ ਮੀਠਾ, ਸਿੱਧੇ ਅਰਥ ਨੇ। ਨਾਮ ਨੂੰ ਕੌੜਾ ਕਹਿੰਦਾ, ਅੰਮ੍ਰਿਤ ਨੂੰ ਕੌੜਾ ਕਹਿੰਦਾ। ਤੇ ਜਿਸ ਨਿੰਦਿਆ ਨੇ ਇਹਦੇ ਅੰਦਰ ਨੂੰ ਇਸ ਤਰ੍ਹਾਂ ਖਤਮ ਕਰਨਾ, ਜਿਵੇਂ ਕਲਰੀਆਂ ਇੱਟਾਂ ਝੜਦੀਆਂ ਨੇ, ਨਿੰਦਿਆ ਨੂੰ ਬੜੀ ਮਿੱਠੀ ਲੱਗਦੀ ਹੈ। ਮੀਠੇ ਕੋ ਕੌੜਾ ਕਹੇ, ਕੜਵੇ ਕੋ ਮੀਠਾ, ਰਾਤੇ ਕੀ, ਇਹਦਾ ਅਰਥ ਜਿਹੜੇ ਰੱਤੇ ਹੋਏ ਨੇ, ਰਾਤ ਨਹੀਂ, ਰਾਤੇ ਜਿਹੜੇ ਰੰਗੇ ਨੇ। ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਠਾ। ਮਹਾਰਾਜ ਕਹਿੰਦੇ ਨੇ ਇਹ ਭੁੱਲ ਗਿਆ ਹੈ ਬੰਦਾ। ਇਸੇ ਕਰਕੇ ਗੁਰੂ ਸਾਹਿਬ ਨੇ ਵਾਰ-ਵਾਰ, ਤੁਸੀਂ ਦੇਖੋ, ਕਦੀ ਸੋਚਨੇ ਵੀ ਇੰਨੀ ਵਾਰੀ ਨਾਮ ਕਿਉਂ ਕਹੀ ਜਾਂਦੇ? ਇੱਕੋ ਵਾਰੀ ਕਹਿੰਦੇ ਵੀ ਨਾਮ ਜਪੋ ਵੀ ਕੰਮ ਖਤਮ, ਬੰਦਗੀ ਕਰੋ। ਇਹ ਕਿਉਂਕਿ ਸਾਡੀ ਸੁਰਤ ਵਾਰ-ਵਾਰ ਡਿੱਗਦੀ, ਵਾਰ-ਵਾਰ ਭੁੱਲਦੀ ਹੈ। ਤੇ ਮੇਰਾ ਗੁਰੂ ਇੰਨਾ ਬਖਸ਼ਿੰਦ ਹੈ, ਜਿਵੇਂ ਇੱਕ ਮਾਂ, ਇੱਕ ਬਾਪ, ਇੱਕ ਬਜ਼ੁਰਗ ਆਪਣੇ ਬੱਚੇ ਨੂੰ ਉਂਗਲ ਪਕੜਾਉਂਦਾ ਹੈ, ਭਾਵੇਂ ਉਹ ਕੱਲਾ ਸੜਕ ਤੇ ਤੁਰਿਆ ਜਾਏ, ਉਂਗਲ ਫਿਰ ਵੀ ਪਕੜਾਈ ਰੱਖਦਾ। ਖਤਰਾ ਕੋਈ ਨਾ ਹੋਵੇ ਤਾਂ ਵੀ ਉਂਗਲ ਪਕੜਾਉਂਦਾ। ਉਹ ਕਹਿੰਦਾ ਨਹੀਂ, ਬੱਚਾ ਹੈ, ਕਿਤੇ ਪਕੜ ਡਿੱਗ ਨਾ ਪਏ, ਕੁਝ ਨਾ ਹੋ ਜਾਏ। ਸੱਚ ਇਹ ਵੇ, ਗੁਰੂ ਹਜ਼ਾਰਾਂ ਵਾਰੀ ਨਾਮ 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 ਤਾਂ ਕੂਕਦਾ ਪਿਆ, ਤੇਰੇ ਚੇਤੇ ਚੋਂ ਭੁੱਲ ਗਿਆ। ਮੈਂ ਤੈਨੂੰ ਵਾਰ-ਵਾਰ ਯਾਦ ਕਰਾਉਣਾ ਚਾਹੁੰਦਾ, ਤੂੰ ਯਾਦ ਕਰ। ਹਜ਼ੂਰ ਨੇ ਪਹਿਲਾ ਬਚਨ ਇਹ ਕਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜੀ। ਇੱਕ ਸ਼ਬਦ ਸਿਰਫ ਆਪਾਂ ਪੜਾਂਗੇ, ਅਰਥ ਨਹੀਂ ਕਰਾਂਗੇ, ਕਿਉਂਕਿ ਮੈਨੂੰ ਪਤਾ ਉਹ ਅਰਥ ਮੈਂ ਬੜੀ ਵਾਰੀ ਕੀਤੇ ਆ। ਇੱਕ ਜਪਜੀ ਸਾਹਿਬ ਦੇ ਵਿੱਚ 5ਵੀਂ ਪੌੜੀ ਦੇ ਵਿੱਚ ਇਹ ਪਹਿਲੀ ਨਾਮ ਦੀ ਮੰਗ, ਤੇ ਇੱਕ ਸ੍ਰੀ ਰਾਗ ਦਾ ਪਹਿਲਾ ਸ਼ਬਦ, ਉਹਦੇ 4 ਪਦੇ ਨੇ। ਕਿਵੇਂ ਭੁੱਲਦਾ? ਮੈਂ ਅੱਗੇ ਆਪ ਨੂੰ ਕਿਹਾ, ਭੁੱਲਦਾ ਉਦੋਂ ਹੀ ਹੈ ਜਦੋਂ ਕਿਸੇ ਚੀਜ਼ ਦੀ ਕਦਰ ਨਾ ਆਪਾਂ ਜਾਣੀਏ, ਵਿਸਰ ਜਾਂਦਾ ਨਾ। ਫਿਰ ਉਸ ਸ਼ਬਦ ਦੇ 4 ਪਦੇ ਨੇ, ਤੇ ਉਹਦੇ ਵਿੱਚ ਮੈਂ ਇੱਕ ਵਾਰ ਕਿਹਾ ਸੀ, ਇੱਕ ਹੈ ਇਹ ਦਾਮ, ਦੂਸਰਾ ਹੈ ਚਾਮ, ਤੀਸਰਾ ਹੈ ਕਾਮ, ਚੌਥਾ ਹੈ ਨਾਮ। ਇੱਥੇ ਨਾਮ ਦਾ ਅਰਥ ਪ੍ਰਭੂ ਦਾ ਨਾਮ ਨਹੀਂ, ਇਹ ਅਰਥ ਕਰਨ ਵਾਸਤੇ ਮੈਂ ਸ਼ਬਦ ਵਰਤੇ ਨੇ, ਦਾਮ, ਚਾਮ, ਕਾਮ ਔਰ ਨਾਮ। ਜਦੋਂ ਬੰਦੇ ਕੋਲ ਦਮੜੇ ਆਉਂਦੇ ਆ ਉਦੋਂ ਵੀ ਭੁੱਲਦਾ ਹੈ, ਜਦੋਂ ਬੰਦਾ ਚੰਮ ਨੂੰ ਵੇਖਦਾ ਉਦੋਂ ਵੀ ਭੁੱਲਦਾ ਹੈ। ਯਾਦ ਰੱਖਿਓ, ਜਦੋਂ ਕਿਤੇ ਸਿੱਧਤਾ ਮਿਲਦੀ ਹੈ, ਕਾਮਨਾਵਾਂ ਉਪਜਦੀਆਂ, ਉਦੋਂ ਭੁੱਲਦਾ ਹੈ। ਤੇ ਜਦੋਂ ਬੰਦੇ ਕੋਲ ਪ੍ਰਭਤਾ ਆ ਜਾਏ, ਕੋਈ ਪਦਵੀ ਆ ਜਾਏ, ਉਦੋਂ ਵੀ ਭੁੱਲਦਾ ਹੈ। ਗੁਰੂ ਨੇ, ਸਤਿਗੁਰੂ ਨੇ 4 ਪਦਿਆਂ ਵਿੱਚ ਵਿਆਖਿਆ ਕਰਦਿਆਂ ਇਹ ਨਹੀਂ ਕਿਹਾ ਤੈਨੂੰ ਚਾਮ ਦਾਮ ਨਾਮ, ਕਿਉਂਕਿ ਤੇਰਾ ਪਰਿਵਾਰ ਨਾਲ ਸੰਬੰਧ ਹੈ, ਇਸਤਰੀ ਹੈ, ਬੱਚੇ ਨੇ, ਇਹ ਸਾਰਾ ਤੇਰਾ ਚੰਮ ਦੀ ਪੁਤਲੇ ਆ ਨਾ। ਤੇਰਾ ਘਰ ਕਿੰਨਾ ਸੋਹਣਾ, ਗੱਡੀਆਂ ਕਾਰਾਂ ਹਾਥੀ ਘੋੜੇ ਸਨ ਪਹਿਲਾਂ, ਤੂੰ ਸਿੱਧਤਾ, ਤੂੰ ਬੰਦਗੀ ਕਰ ਰਿਹਾ, ਕਾਦਰਤਾ ਚੋਂ ਮਿਲ ਰਿਹਾ। ਪਰ 14 ਪਦਿਆਂ ਦੀ ਸੰਪੂਰਨਤਾ ਇੱਕ ਤੁਕ ਨਾਲ ਕਹੇ, ਤੇ ਇੱਕ ਤੁਕ ਨੂੰ ਵਿੱਚ 3 ਗੱਲਾਂ, ਇਹ ਸ਼ਬਦ 3 ਨੇ, ਪਰ ਗੱਲ ਇੱਕੋ ਹੀ ਰਿਪੀਟ ਕਰੀ ਹੈ।
3 ਵਾਰੀ ਕਿਹਾ, ਭੁੱਲ ਨਾ ਜਾਈ, ਵਿਸਰ ਨਾ ਜਾਈ, ਕਿਤੇ ਚੇਤੇ ਵਿੱਚੋਂ ਨਾ ਨਿਕਲ ਜਾਏ। ਪਰ ਪਾਠ ਤੁਸੀਂ ਕਰਿਓ ਇਹਦਾ, ਮੋਤੀ ਤਾਂ ਮੰਦਰ ਉਸਰੈ। ਅਰਥ ਸੌਖੇ ਨੇ, ਤੇ ਮੰਦਰ ਦਾ ਅਰਥ ਘਰ ਹੈ, ਟੈਂਪਲ ਨਹੀਂ। ਮੋਤੀਆਂ ਦੇ ਘਰ ਬਣੇ ਹੁਣ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਰਤਨਾ ਰਤਨ ਜੜੇ ਹੋਣ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਇਹ ਸਾਰੀ ਸੁਗੰਧੀ ਵਾਲੀਆਂ ਚੀਜ਼ਾਂ ਹੋ ਗਈਆਂ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓਗੇ ਕੀ ਜੀ? ਮਤ ਦੇਖ ਭੂਲਾ। ਆ ਮਹਾਰਾਜ ਕਹਿੰਦੇ ਤੈਨੂੰ ਸਮਝਾਣਾ ਭੁੱਲੇ ਨਾ। ਮਤ ਦੇਖ ਭੂਲਾ। ਹਜ਼ੂਰ ਕਹਿੰਦੇ ਨੇ ਭੁੱਲ ਨਾ ਜਾਈ। ਮਤ ਦੇਖ ਭੂਲਾ ਵਿਸਰੈ। ਵਿਸਰੇ ਦਾ ਅਰਥ ਵੀ ਤੇ ਭੁੱਲਾ ਹੁੰਦਾ ਹੈ ਨਾ। 3 ਵਾਰੀ ਕਿਹਾ ਭੁੱਲ ਨਾ ਜਾਈ। ਮੈਂ ਸਿੱਧੇ ਸ਼ਬਦ ਵਰਤੇ, ਉਂਝ ਸ਼ਬਦ ਬਦਲ ਕੇ ਕਿਹਾ ਮਤ ਦੇਖ ਭੂਲਾ। ਭੁੱਲ ਦਾ ਅਰਥ ਵਿਸਰੈ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਚਿੱਤ ਨਾ ਆਵੇ ਨਾਉ ਵੀ ਭੁੱਲਣਾ ਹੁੰਦਾ। ਵਿਸਰੇ ਵੀ ਭੁੱਲਣਾ, ਭੁੱਲਾ ਵੀ। ਮਹਾਰਾਜ ਨੇ ਕਿਹਾ 3 ਵਾਰੀ ਕਿਹਾ, ਮਤਾ ਵਿਸਰ ਨਾ ਜਾਏ, ਮਤਾ ਭੁੱਲ ਨਾ ਜਾਏ, ਮਤਾ ਚਿੱਤ ਵਿੱਚੋਂ ਨਾ ਨਿਕਲ ਜਾਏ। ਬਸ ਇਸ ਮਨ ਨੂੰ, ਰੱਬ ਨੂੰ ਚੇਤੇ ਜ਼ਰੂਰ ਰੱਖੇ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਇਹ ਹੈ ਦਾਮ। ਪੈਸਾ ਹੋਵੇਗਾ ਤੇ ਮੰਦਰ ਬਣਨਗੇ ਨਾ। ਅੱਗੇ ਹੈ ਰਾਉ ਦੀ ਤੁਕ ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਂ। ਇਹ ਹਜ਼ੂਰ ਦਾ ਬਚਨ ਰਹਾਉ ਹੈ। ਅੱਗੇ ਹੈ ਹਜ਼ੂਰ ਨੇ ਫਰਮਾਇਆ ਧਰਤੀ ਤਾਂ ਹੀਰੇ ਲਾਲ ਜੜਤੀ ਚਾਮ। ਪਲੰਗ ਲਾਲ ਜੜਾਓ। ਸੋਹਣਾ ਕਮਰਾ ਬੈੱਡ ਬਣਿਆ, ਪਲੰਗ ਦੇ ਉੱਤੇ ਲਾਲ ਜੜਿਆ। ਮੋਹਣੀ ਮੁਖ ਮਣੀ ਸੋ ਹੈ। ਮਨ ਨੂੰ ਮੋਹਣ ਵਾਲੀ ਇਸਤਰੀ ਜਿਹਦੇ ਮੱਥੇ ਤੇ ਮਣੀ ਚਮਕਦੀ ਪਈ ਹੈ। ਇੰਨਾ ਹੁਸਨ ਹੈ। ਮੋਹਣੀ ਮੁਖ ਮਣੀ ਸੋ ਹੈ, ਕਰੈ ਰੰਗ ਪਸਾਓ। ਤੇ ਮਹਾਰਾਜ ਕਹਿੰਦੇ ਆ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਉਹ ਮਾਈ ਭੂਲਿਓ ਮਨ ਸਮਝਾਵੇ। ਆ ਸਮਝਾਉਂਦੇ ਪਏ ਮਹਾਰਾਜ। ਤੀਸਰਾ ਬਚਨ ਹੈ ਕਾਮਨਾ। ਕਿਉਂਕਿ ਸ਼ੁਭ ਕਰਮਾਂ ਦਾ ਜਦੋਂ ਹੰਕਾਰ ਹੁੰਦਾ ਹੈ ਨਾ ਪਿਆਰਿਓ, ਉਦੋਂ ਸਭ ਕੁਝ ਛਾੜ ਕੇ ਰੱਖ ਦਿੰਦਾ। ਸਿੱਧ ਹੋਵਾਂ, ਮੈਂ ਪਹੁੰਚ ਜਾਵਾਂ ਸਾਧਨਾ ਕਰਕੇ। ਸਿੱਧ ਲਾਈ। ਸਿੱਧ ਲਾਈ ਦਾ ਅਰਥ ਮੈਂ ਸਮਾਧੀ ਲਾਵਾਂ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ। ਮੈਂ ਆਪਣੀ ਬੋਡੀ ਚੋਂ ਨਿਕਲ ਜਾ। ਹੈ ਸਾਧਨਾ ਇੱਕ ਐਸੀ ਵੀ ਹੈ, ਪਰ ਸਿੱਖਾਂ ਨੇ ਇਸ ਪਾਸੇ ਨਹੀਂ ਤੁਰਨਾ। ਮੇਰੀ ਬੇਨਤੀ ਹੈ, ਮੈਂ ਇੱਕ ਵਾਰ ਕਿਹਾ ਸੀ ਲਿਵਿੰਗਟਨ ਦਾ ਹਿਮਾਲੀਅਨ ਸੇਂਸ ਕਿਤਾਬ ਵਿੱਚ ਬਹੁਤ ਕੁਝ ਇਹੋ ਜਿਹਾ ਲਿਖੇ, ਪਰ ਫਿਰ ਵੀ ਮੇਰੀ ਬੇਨਤੀ ਹੈ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਓ। ਲੋਕ ਇਸ ਚਮਤਕਾਰ ਨੂੰ ਵੇਖ ਕੇ ਮੇਰੇ ਪ੍ਰਤੀ ਸ਼ਰਧਾ ਰੱਖਣ। ਮਹਾਰਾਜ ਕਹਿੰਦੇ ਆ ਵੇਖੀ ਇਹ ਚੀਜ਼ ਵੀ ਰੱਬ ਨੂੰ ਭੁਲਾਉਂਦੀ ਹੈ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਚੌਥਾ ਬਚਨ ਹੈ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਓ। ਹੁਕਮ ਹਾਸਲ ਕਰੀ ਬੈਠਾ ਨਾਨਕਾ, ਸਭ ਵਾਓ। ਸਭ ਕੁਝ ਵਾਓ ਹਵਾ ਹੈ। ਨਾਨਕਾ ਸਭ ਵਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਇਸੇ ਪ੍ਰਕਰਨ ਵਿੱਚ ਹੀ ਮੈਂ ਕਿਹਾ ਜੇ ਕਿਤੇ ਦੀਨੀ ਭੈ ਗੁਰਬਾਣੀ ਦਿੱਤਾ ਗਿਆ। ਦੀਨੀ ਭੈ ਹੈ ਜੀ ਆ ਜਿਹੜਾ ਪਾਠ ਸ਼ਲੋਕ ਪੜ੍ਹਦੇ ਹੋ, ਪਾਪੀ ਕਰਮ ਕਮਾਉਂਦੇ ਕਰਦੇ ਖਾਏ ਖਾਏ, ਨਾਨਕ ਜੋ ਮੱਥਣ ਮਾਧਾਨੀਆਂ ਤੂੰ ਮਥੈ ਧਰਮ ਰਾਏ। ਜਾਂ ਇੱਕ ਵੇ ਕਪਾ ਹੈ ਜੇ ਥੀਆ, ਜੇ ਸਿਰ ਥੀਆ ਤਿਲਹਾਂ ਕੰਮ ਆਦੈ ਅਰ ਕਾਕ ਦੇ ਪੁੰਨੇ ਕੋਇਲਿਆਂ ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਇਹ ਤਾਂ ਚੇਤੇ ਕਰਾਏ ਨੇ ਜਿਹੜਾ ਤੈਨੂੰ ਭੁੱਲ ਗਿਆ ਉਹ ਯਾਦ ਆ ਜਾਏ। ਇਸੇ ਕਰਕੇ ਗੁਰਬਾਣੀ ਨੇ ਕਿਹਾ ਵੀ ਬੰਦੇ ਨੂੰ 2 ਚੀਜ਼ਾਂ ਇਹ ਜਿਹੜੀਆਂ ਭੁੱਲ ਗਈਆਂ ਨੇ। ਮੈਂ ਫਿਰ ਕਹਾਂਗਾ ਸਾਰੀ ਬਾਣੀ 2 ਚੀਜ਼ਾਂ ਤੇ ਵਾਰ-ਵਾਰ ਜ਼ੋਰ ਦਿੰਦੀ, ਚੇਤੇ ਕਰ। ਇੱਕ ਰੱਬ ਤੇ ਦੂਜੀ ਮੌਤ। ਉਹ ਫਿਰ ਚੇਤੇ 'ਚ ਭੁੱਲ ਜਾਂਦੇ ਆ। ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ। ਕੋਉ ਮਾਈ ਆ ਵਿਸਰ ਗਿਆ ਮਰਨਾ। ਇਹ ਭੁੱਲੇ ਨੂੰ ਸਮਝਾਵੇ। ਹਜ਼ੂਰ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਧਿਗ ਜੀਵਨ ਨਹੀਂ ਰਹਿਣਾ। ਵਿਸਰ ਗਿਆ ਮਰਨਾ, ਖਸਮ ਵਿਸਾਰ ਖੁਆਰੀ ਕੀਨੀ। ਇਹ ਵਿਸਰ ਗਿਆ ਹੈ ਅੰਦਰੋਂ। ਸਤਿਗੁਰੂ ਅੱਜ ਬਚਨ ਕਰ ਰਿਹਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਕਿ ਹੇ ਮਾਂ
कोई इस भुल्ले कोई मन नूं समझा देवे, इनू समझ पै जाए, हाँ इनू समझाता है सतगुरु। भुला मन समझे गुर शब्दी, जे शब्द वाल ध्यान दे समझाता है गुरु। समझाते ने भुले मार्ग जिन्हें बताया, ऐसा गुर वडभागी पाया। ਜਾਂ सतगुरु ने शब्द वरत्या, भुले सिख गुरु समझाए, ਉਹ ਜੜ ਜਾਂਦੇ ਮਾਰਗ ਪਾਏ। ਜਿਹੜੇ ਪੁਜਾਣ 'ਚ ਡਿੱਗੇ ਪਏ ਸਨ, ਕੁਰਾਏ ਪੈ ਗਏ ਸਨ, ਕੁਰਸਤੇ ਪੈ ਗਏ ਸਨ, ਜ਼ਿੰਦਗੀ ਦੇ ਅਧਿਆਤਮਕ ਰਾਹ ਤੋਂ ਖੁੰਝ ਚੁੱਕੇ ਸਨ, ਉਹਨਾਂ ਨੂੰ ਜੇ ਸਹੀ ਮਾਰਗ ਪਾਉਂਦਾ ਤੇ ਸਤਿਗੁਰੂ ਪਾਉਂਦਾ ਹੈ। ਹਾਂ, ਹੁਣ ਸਾਡੇ ਮਨ 'ਚ ਵੀ ਇਹ ਤਾਂ ਕਹਿ ਦਿੱਤਾ ਕੋ ਸਮਝਾਵੇ, ਤੇ ਮੈਂ ਜੇ ਇਹਦੀ ਥੋੜੀ ਵਿਆਖਿਆ ਕਰਾਂ, ਇਹ ਗੁਰੂ ਸਮਝਾਏ। ਇੱਕ ਸ਼ਬਦ ਹੋਰ ਪੜ੍ਹ ਲਓ, ਕਿਉਂਕਿ ਮੇਰੀ ਇੱਛਾ ਹੁੰਦੀ ਹੈ ਵੀ ਕਥਾ ਦੇ ਵਿੱਚ ਬਾਣੀ ਇਹ ਜ਼ਿਆਦਾ ਹੋ ਜਾਏ, ਉਹਦੇ ਨਾਲ ਇਹ ਕਥਾ ਫਿੱਕੀ ਨਾ ਪਵੇ। ਸਤਿਗੁਰੂ ਦਾ ਸ਼ਬਦ ਉਹ ਮੋਹਰ ਹੈ ਜਿਹਨੂੰ ਦੁਨੀਆ ਦਾ ਕੋਈ ਗਿਆਨ ਚੈਲ ਵੀ ਨਹੀਂ ਕਰ ਸਕੇਗਾ। ਸ਼ਬਦ ਕਰਕੇ ਮੈਂ ਕਹਿ ਰਿਹਾ, ਕਿਵੇਂ ਭੁੱਲੇ ਨੂੰ ਸਮਝਾਏ। ਇੱਕ ਸ਼ਬਦ ਹੈ, ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ ਸੂਈ ਰਾਗ 'ਚ, ਕੁਚੱਜੀ, ਇਹ ਸੁਚੱਜੀ ਤੇ ਗੁਣਵੰਤੀ। ਇਹਨਾਂ ਤਿੰਨਾਂ ਦੇ ਨਾਲ ਸਤਿਗੁਰਾਂ ਨੇ ਪੂਰੇ ਸ਼ਬਦ ਵਿੱਚ ਪਿੱਛੇ ਇੱਕ ਹੀ ਅੰਕ ਪਾਇਆ, ਪਦਾ ਇੱਕ ਹੀ ਪਾਇਆ। ਇਹ ਤੁਕਾਂ ਦੇ ਪਦੇ ਨਹੀਂ ਬਣਾਏ, ਸਾਰਾ ਸ਼ਬਦ ਰਹਾਉ ਵੀ ਕੋਈ ਨਹੀਂ। ਤੇ ਸਰਲੇਖ ਤਿੰਨ ਨੇ, ਕੁਚੱਜੀ ਤੇ ਸੁਚੱਜੀ ਦੋਨੋਂ ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇ। ਤੇ ਗੁਣਵੰਤੀ ਸ਼ਬਦ ਜਿਹੜਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ। ਇਹਨਾਂ ਸ਼ਬਦਾਂ ਦੀ ਤਰਤੀਬ ਵਿੱਚ ਵੀ ਕੁਝ ਰੱਖਿਆ ਸਤਿਗੁਰਾਂ ਨੇ। ਇੱਥੇ ਕੁਚੱਜੀ ਉਹ ਅੰਦਰ ਦੀ ਅਵਸਥਾ ਹੈ। ਮੈਂ ਫਿਰ ਕਹਾਂਗਾ, ਕੁਚੱਜੀ ਸਿੱਧੀ ਜੀ ਪੰਜਾਬੀ ਦੀ ਸ਼ਬਦਾਵਲੀ ਵਿੱਚ ਇੱਕ ਹੈ ਚੱਜ, ਤਿਸੀ ਚੱਜ ਸ਼ਿੰਗਾਰ ਸਾਹਿਬ। ਇੱਕ ਹੈ ਕੁਚੱਜ। ਕੁਚੱਜ ਦਾ ਅਰਥ ਹੈ ਜਿਹਨੂੰ ਜ਼ਿੰਦਗੀ ਜੀਣ ਦਾ ਪਤਾ ਹੀ ਕੋਈ ਨਹੀਂ, ਸਮਝ ਹੀ ਕੋਈ ਨਹੀਂ। ਹੁਣ ਇੱਥੇ ਕੁਚੱਜੀ ਜਿਹੜਾ ਹੈ, ਇੱਥੇ ਸਤਿਗੁਰੂ ਆਪਣੇ ਆਪ ਨੂੰ ਕਹਿ ਰਹੇ ਆ। ਤੇ ਮੈਨੂੰ ਇੰਜ ਲੱਗਾ ਜਦੋਂ ਇਹ ਪਾਠ ਕੀਤਾ ਤੇ ਗੁਰੂ ਸਾਹਿਬ ਇਹ ਕੁਚੱਜੀ ਵੀ ਇੱਕ ਰੱਬ ਦੀ ਬਖਸ਼ਿਸ਼ ਕਹੇ। ਜਦੋਂ ਇਹ ਸਮਝ ਪੈ ਜਾਏ, ਮੰਝ ਕੁਚੱਜੀ ਆਮਾਵਨ ਡੋਸਲੇ ਕਉ ਸ਼ੋ ਰਾਵਣ ਜਾਓ ਜੀਓ, ਇੱਕ ਦੋ ਇੱਕ ਚੜ੍ਹਾਂਦੀਆਂ ਕੌਣ ਜਾਣੇ ਮੇਰਾ ਨਾਉ ਜੀਓ, ਜਿੰਨੀ ਸਕੀ ਸ਼ੋ ਰਾਵਿਆ ਸੇ ਅੰਬੀ ਸ਼ਾਵੜੀ ਹੈ ਜੀਓ। ਜਿਨ੍ਹਾਂ ਨੇ ਸਾਈਂ ਨੂੰ ਪਾਇਆ ਉਹ ਅੰਬ ਦੀ ਛਾਂ ਥੱਲੇ ਬੈਠੀਆਂ। ਤੇ ਮੈਨੂੰ ਲੱਗਦਾ ਮਹਾਰਾਜ ਨੇ ਨਾ ਸ਼ਬਦ ਉਦੋਂ ਬਣਾਇਆ, ਜੇਠ ਦੇ ਮਹੀਨਾ ਜਦੋਂ ਤਪਦਾ ਹੈ ਨਾ, ਜਿੱਥੇ ਅੰਬਾਂ ਦੇ ਬਾਗ ਹੁੰਦੇ ਨੇ, ਅਕਸਰ ਲੋਕ ਅੰਬਾਂ ਦੇ ਥੱਲੇ ਬਹਿੰਦੇ। ਧੁੱਪ ਨਾਲ ਸੜਿਆ ਬੰਦਾ ਅੰਬ ਦੀ ਅੰਬੀ ਛਾਵੜੀਏ ਜੀਓ। ਹੁਣ ਇਹਦੇ ਵਿੱਚ ਕੁਚੱਜਾਪਨ ਕੀ ਦੱਸਿਆ? ਇਹਦੇ ਵਿੱਚ ਵੀ ਕੁਚੱਜਾਪਨ ਭੁੱਲੇ ਨੂੰ ਦੱਸਿਆ। ਮਿੱਟੀ ਮੰਦਰ ਮਿੱਟੀ ਸੰਧੜੇ, ਪੱਥਰ ਕੀਤੇ ਰਾਸ ਜੀਓ। ਹੋਂ ਇੰਨੀ ਟੋਲੀ ਭੁੱਲੀਅਸ, ਭੁੱਲ ਗਿਆ ਨਾ ਮਨ। ਹੋਂ ਇੰਨੀ ਟੋਲੀ ਭੁੱਲੀਅਸ, ਤਿਸ ਕੰਤ ਨਾ ਬੈਠੀ ਪਾਸ ਜੀਓ। ਮੰਦਰ ਦਿੱਤੇ, ਘਰ ਦਿੱਤੇ, ਬਸ ਮੈਂ ਭੁੱਲ ਗਈ, ਭੁੱਲਣਾ ਹੀ ਮੇਰਾ ਕੁਚੱਜ ਪੁਣਾ ਹੈ। ਹੁਣ ਜਦੋਂ ਇਹ ਸਮਝ ਪੈ ਗਿਆ ਮੈਂ ਭੁੱਲ ਗਿਆ, ਫਿਰ ਅੱਗੇ ਹੈ ਸੁਚੱਜੀ। ਸੁਚੱਜੀ ਦਾ ਸਾਰਾ ਸ਼ਬਦ ਭਾਣੇ ਨਾਲ ਸੰਬੰਧਿਤ ਹੈ। ਤੀਸਰਾ ਸ਼ਬਦ ਹੈ ਗੁਣਵੰਤੀ। ਜਿਹੜੀ ਸੁਚੱਜੀ ਹੈ ਉਹ ਹੀ ਗੁਣਵੰਤੀ ਹੈ। ਹੁਣ ਗੁਣਵੰਤੀ ਵਿੱਚ ਸਤਿਗੁਰੂ ਪ੍ਰਸ਼ਨ ਕਰਦੇ ਆ, ਗੁਰੂ ਅਰਜਨ ਦੇਵ ਉੱਤਰ ਦਿੰਦੇ ਆ। ਫਿਰ ਆਪ ਹੀ ਪ੍ਰਸ਼ਨੋਤਰੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਹਜ਼ੂਰ ਨੇ ਇੱਥੇ ਬਖਸ਼ਿਸ਼ ਕੀਤੀ। ਸ਼ਬਦ ਸ਼ੁਰੂ ਹੁੰਦਾ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਲਾਗੋ ਪਾਏ ਜੀਓ। ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ। ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨੰਤ। ਇਹਦਾ ਪਾਠ ਅਨੰਤ ਨਹੀਂ ਕਰਨਾ। ਅਨੰਤ ਪਾਠ ਕੀਤਾ ਤੇ ਬੇਅੰਤ ਹੋ ਜਾਏਗਾ। ਅਨੰਤ ਦਾ ਅਰਥ ਦੂਜਾ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ। ਇਹ ਮਨ ਤੈ ਕੋ ਡੇਵਸਾ ਮੈਂ ਮਾਰਗ ਦੇਹੋ ਬਤਾਏ ਜੀਓ। ਮੈਨੂੰ ਦੱਸੋ ਰਾਹ ਮੈਂ ਕੁਰਾਏ ਪਿਆ, ਮੈਂ ਮਾਰਗ ਦੇਹੋ ਬਤਾਏ ਜੀਓ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਅੱਗੋਂ ਫਿਰ ਸ਼ੁਰੂ ਹੁੰਦਾ ਹੈ ਰਾਹ ਕਿਹੜਾ ਹੈ। ਅੱਗੇ ਹੈ ਇਤ ਮਾਰਗ ਚੱਲੇ ਭਾਈੜੇ। ਆ ਹੀ ਰਾਹ, ਕੁਰਾਨ ਤੋਂ ਰਾਹ ਇਹ ਹੈ, ਇਤ ਮਾਰਗ ਚੱਲੇ ਭਾਈੜੇ। ਗੁਰ ਕਹੇ ਸੋ ਕਾਰ ਕਮਾਏ ਜੀਓ। ਜੋ ਗੁਰੂ ਕਹਿੰਦਾ ਉਹ ਕੰਮ ਕਰ। ਤੇ ਅਗਲੀ ਗੱਲ, ਜਿੰਨਾ ਮਰਜੀ ਤੇਰੀ ਅਕਲ ਸਿਆਣਾ ਚਾਤੁਰ ਹੋਵੇ, ਗੁਰੂ ਦੇ ਸਾਹਮਣੇ ਆਪਣੀ ਮਨ ਦੀ ਮਤੜੀ ਨੂੰ ਛੱਡ ਦੇ। ਹਜ਼ੂਰ ਕਹਿੰਦੇ ਨੇ, ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ। ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੈ ਤਤੀ ਵਾਉ ਜੀਓ।
इस मार्ग ते चल, जो गुरु कहता है उन्होंने सत बचन करके स्वीकार। अज सतगुरु गुरु तेग बहादुर साहब सच्चा पातशाह जी, उन्होंने यही एक सानू उपदेश दिता, माई वाहिगुरु को माई भूलियो मन समझावे। मैं आरंभ च कहा जी, जे इस तरह पाठ करांगे, टेके करांगे, करो टेके, ये दौड़ नहीं रखनी मैं इन्ने कर देने ने, अज मैं इन्ने अंग कर देने ने, मैं इन्ने नहीं। गुरमुखो मैं कहना भी टेक के पाठ करो। प्रोफैसर पूर्ण सिंह की किताब सिक्खी का प्रेरणा स्रोत वाल्ट विटमैन, थोड़ा इत्थों का कवि है अमेरिका का, वो मैं तो पंजाबी च पढ़ी, वो कहता है मैं रात को घर नूं जंगल बना लेना, मेरा घर बन बन जाता है, सारे जी पे आ, मैं उठ के अपने बाबे की पोथी खोलना, शब्द शुरू करना, कहता शब्द विचों बाबा बाहवां कढदा, उसका तरीका अपनाना, कहता इहो जिहा घुट के सीने नाल लांदा, सवेरे जदों बाबा जी बाहर बोलदे आ गुरुद्वारे ते मेरा अंदर उत्थे टिकिया हुंदा जिहड़ी रात दी तुक उत्ते टिकिया, काल नहीं। टेक के गुरु नाल गल्लां करिए आपां। हुण इह वे कोई है माई मेरी मां भूलियो मन समझावे, मेरे भुले कोई मन नूं समझ दे देवे, समझा देवे। वेद पुराण साध मग सुनकर, ये धर्म ग्रंथ सुनता है, ये इतिहास के ग्रंथ सुनता है, निमख ना हर गुण गावे, अख झकम झमकन जितना समा भी ये सुनते बाद भी गुण नहीं गाता, कलियां बैठ के सिमरन नहीं करता, याद नहीं करता। रहाओ दुर्लभ देह पाए मानस की, इन्हें बंदे की देही मिल गई, इनू दुर्लभ दर्द जिहड़ी बड़ी मुश्किल मिलती, कल असीं वाचिया सी, दुर्लभ देह पाए मानस की बिरथा जन्म सिरावे। सिमरन तो बिना, भगती तो बिना, गुरु दे शब्द नूं कमान तो बिना, इन्नी दुर्लभ देही जिहड़ी है ना प्यारिओ, इन्हें रतन त्याग कौडी संग रचै, सा छोड़ झूठ संग मचै, इन्नी वड्डी कीमती चीज़ व्यर्थ गवा दी। महाराज कहते बिरथा जन्म सिरावे, क्यों गवाई? मोह माया मोह माह संकट बन। मैनूं याद है जी, साडे एक विद्वान ने सज्जन ने ते बन के अर्थ पानी कीते आ, पर ढुकते नहीं। एक बाणी तुक आउंदी है, बिखै बन फीका त्याग री सखी, उत्थे बन का जिहड़ा अर्थ है वो पानी है, पर यह जिहड़ा मोह माया मोह माह संकट बन, माया का मोह, आ जिहड़ा संसार है ये महान संकटमई दुखदाई जंगल बन गया। महाराज कहते ने तासो रुच उपजावे, यदी जिन्नी रुचि है, जिन्ने ख्याल ने, आ जिहड़ा जंगल है जंगल नूं शहर समझी बैठा। इस तुक दे अर्थ गुरु अर्जुन देव दी आ 2 श्लोक ते पौड़ी सौखे करनगे। बसंत स्वर्ग लोक है, जितते पृथ्वी नव खंडन, बिसरंत हर गोपाल नानक ते प्राणी उद्यान भरना। हुण पहली तुक ते क्या स्वर्ग लोक च रहिंदा होवे, उद्यान थोड़ा हो। बसंत स्वर्ग लोक है, जितते पृथ्वी नव खंडन है, स्वर्ग लोक नूं जित्तिया होवे, 9 खंड वाहिगुरू स्वर्ग च रहिंदा होवे, दा मतलब दुनिया दी हर सहूलत इहदे कोल होवे। उंज वैसे गुरु घर च स्वर्ग ते नरक वाली कहानी कोई नहीं। वो साडे बंदे सारे कहंदे स्वर्गवासी, मैं कहना हूं ना महाराज जिहड़े साडे पुराने शब्द वरतदे सन वो गुरपुरवासी कहंदे हुंदे सन। हाँ जी, गुरपुरवासी शब्द ने साडे किहड़े ने। चलो मौत शब्द कहे, मैं एक दिन कहा सी जी, इत्थे भी ये गुरु ग्रंथ साहिब विच शहीद लफ्ज नहीं वरत्या गया ज्यादा। पूरे गुरु ग्रंथ साहिब सिर्फ 2 बारी आया है, पूरे गुरु ग्रंथ साहिब च, पीर पैगंबर सालक साधक सौदे और शहीद। एक तो होर हुंदा शहीद, 2 बारी हुंदा है, पर गुरु साहब ने जदों भी लफ्ज वरत्या दीन की खातर भी, जिहड़ा सिर धर दी बाजी लांदा उहदे लई मरना ही शब्द वरत्या है। महाराज ने कहा सूरा सो पहचानिया जो लड़ै दीन के हित, पुरजा 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 कट मरै है, कबू ना छाड़े खेत। गुरु गोबिंद सिंह जी ने कहा जब आपकी औद निधान बना आत ही रण में तब जूझ मरो। मैं फिर आपको अर्ज करांगा, स्वर्गवासी कहना चलो शब्द वरदिया, उंज कबीर साहब ने इस मनोद का कमाल का खंडन किया, अपना विषय नहीं। अगे आना एक दिन भी
सारी जिंदगी कबीर जी बनारस च रहे। अंतला समा उन्हों का यूपी गोरखपुर के नेड़े है हड़ंबा। उंज वैसे उन्होंने शहर का नाम है कबीर नगर। मैं उत्थे कथा करके आया। एक पासे कबीर की कबर है, एक पासे कबीर की समाध, कंध दोनों की इकट्ठी है। एक पासे मुसलमान टोपी पा के बैठा, दूजे पासे कबीर पंथी बैठा है। तो उन्हें बूहे अगे लिखा कबीर एक क्रांति का नाम है। जो जाइदा ना समाध एक उत्ते गुफा भी है जिथे अंतला उस महापुरख ने देखो इस मनौत को खंडन किया। क्योंकि क्या जाता सी जिहड़ा खड़ंबे च मरेगा मगर जी मगर, जिहड़ा मगर च मरेगा खोते की जून पऊगा, जिहड़ा बनारस च फड़ के सड़ जाए साड़ दिओ उन्होंने। ये पहला तो आरा भी लगा सी जी, जहांगीर के वेले पट्टिया। उत्ते बामन ने कहा सब कुछ दान करके आरे नाल अपने आप को चलाओ, दुनिया झूठी जे। वो जिन्हें दान किया वो दो पाड़ करा दिते, समान अपने घर लै जांदा सी। इहनूं गुरबाणी ने कहा सिर कर वध धराए, महाराज ने शब्द वरतिया। उत्थे मैं फिर बेनती करांगा, बंदगी करने वाले वास्ते स्वर्ग आखिरी मंजिल नहीं, ये वास्ते सिर्फ ते सिर मंजिल है अकाल पुरख विच अभेदता। ते अभेदता का अर्थ केवल ये नहीं कि फ्यूनल तो बाद अभेद हो गया, जिउंदे जी साईं दे विच अभेद हो जाए, आत्म परमात्मा एक हो जाए। इत्थे मैं फिर बेनती करांगा भी क्यों की चीज़ में सब कुछ समझदा है। महाराज कहते स्वर्ग लोक विच रहिंदा है, सारी धरती नूं जित्तिया है, पर नाम तो बिना इस तरह भुलिया पिया जिवें जंगल च है। बसंत स्वर्ग लोक है, जितते पृथ्वी नवखंडन है, बिसरंत कर गोपाल है, नानक ते प्राणी उद्यान भरमण है, कौतक कोट तमासिया चित न आवस नाओ, नानक कोड़ी नरक बराबरे उजड़ सोई थाओ। अगे इस तुख के अर्थ कर रहे हैं। बंद पौड़ी मां भ्यान उद्यान नगर कर मानिया, झूठ समगरी पेक सच कर जानिया। आ है को माई भूलियो मन समझावे, मां भ्यान उद्यान नगर कर मानिया, झूठ समगरी पेक सच कर जानिया। काम क्रोध अहंकार फिरे दीवानिया, सिर लगा जम डंड ता पछतानिया, बिन पीरे पूरे गुरुदेव फिरे शैतानिया। इत्थे सतगुरु कहते बिरता है। फिर अगे महाराज कहते अंतर बाहर सदा संग प्रभ, वो प्रभु अंदर भी है ते बाहर भी है। केड़ी थां जिथे वो नहीं जी। सतगुरु ने ਜਿਹੜੀਆਂ ਗੱਲਾਂ ਸਾਨੂੰ इतिहास ਵਿੱਚ भी समझाइया। कबीर साहब तो इतों तक किते बाबा जी की साखी पाने भी गुरु साहब ने कहा जिधर कोई नहीं रब दा कर दो, लत्तां उधर कर दो, तू उधर घुमा दे। पर दूजे पासे कबीर साहब का एक शब्द है, कहते मैं हज करन गया, मुझे हिस्टरी च नहीं मिलता हज करन गया। कहते मैं हज करन गया भी सारे कहते रब दा कर, रब दा कर, कहते रब अद्ध च टक्कर गया। कहना मैं सोचा भी मेरी यात्रा तो खुश होगा, देगा सीसा। कहना मेरे नाल लड़न लग पिया मिलदे सा। अंदर मैं एडी दूरों आया सब कुछ छड़ चढ़ा के, तू प्यार करन दी तां मेरे नाल लड़न लग पिया। कह लगे लड़िया तां वा तू इन्नी बंदगी करना, तेनू किने कहता मैं तेरे ना। कबीर खज काबा हो जाए था, आज्ञा मिलिया खुदाए, राज ही टक्कर गया। साईं मुझसे लड़ परिया, तुझ किन फरमाई गाए, तेनू किन्ने कह दिता मैं इत्थे रहना। होए मारे भी कित्थे रहना। कह लगे लोकां नू जाग दस, कबीर अल्लाह की कर बंद की, जे सिमरत दुख जाए, दिल में साईं प्रगटै बुझे बुलंदी ना। अंदर वाला जिहड़ा किबला है ना, अंदर वाला जिहड़ा बैठा उहनूं वे। गुरु साहब कहंदे ने अंदर भी है ते बाहर भी है। सतगुरु शब्द वरत रहा अंतर बाहर सदा संग प्रभ, सो अंतर सो बाहर अनंत घट घट व्याप रहा भगवंत। तरन माय आकाश प्याल, सर्व लोक पूर्ण प्रतिपाल। अंदर भी है बाहर भी है, सदा संग प्रभ, वो तेरे नाल है। तास्यो निहू ना लावे, तो ਉਹਦੇ ਨਾਲ ਮੁਹੱਬਤ क्यों नहीं करता। ਅੱਜ जिस सिख का जन्मदिन है, जो मैंने कल गुरमुखां दसिया, मैं इशारा कर जाना। सन्मानयोग भाई साहब भाई मनी सिंह जी, बदकिस्मती है बड़िया वड्डियां शख्सियतां ने साडियां, जिन्हां दे जन्म की तरीक बिल्कुल सही किते नहीं मिलती। हर एक ने आप भाई साहब बारे तो इन्ना कुछ, किसी ने कितों का जन्म दसिया, किसी ने कितों का दसिया,
पर पिछले सालों च एक किताब है शहीद बिलास, भाई सेवा सिंह भट्ट दी है। इनू ज्ञानी गरजा सिंह ने एडिट किया सी। मैं तां इह किताब का जिक्र कर रहा भी किते मन च ना आवे भी कित्थों। भाई साहब भाई मनी सिंह, क्योंकि उन्हों का जन्म दिहाड़ा जिक्र करना जरूरी है। उन्हों का जन्म अलीपुर विच जो पाकिस्तान च है, जिला मुजफ्फरगढ़, उत्थे होया। उन्हों के पिता का नाम माई दास सी। इन्हों के जेड़े माता सन मदरा बाई। भाई मनी सिंह 10 मार्च 1644 ਨੂੰ ਇਹਨਾਂ ਦਾ ਜਨਮ ਹੋਇਆ। गुरु गोबिंद सिंह महाराज सच्चे पातशाह तो बड़े ने भाई साहब भाई मनी सिंह जी उम्र करके। इन्हों के परिवार च ਸਾਹਿਤਕ देन भी बहुत है। इन्हों की ਸਾਹਿਤ के तौर पर भी प्रबंधक के तौर पर कमाल के प्रबंधक ने भाई मनी सिंह जी। ਉਹਦੇ ਵਿੱਚ एक कवितक है भाई साहब बारे, सेवा सी करंत ते रहंत गुरा पास सदा। पंजाबी दियां सतरां ने जी। देखो ये शहीद बिलास विच सेवा सी करंत ते रहंत गुरा पास सदा, लिख लिख बाणी करे पोथियां तैयार। पढ़दा पढ़ांदा ते जतांदा नहीं आप ताई, पढ़दा पढ़ांदा ते जतांदा नहीं आप ताई। मन नीवा मत उच्ची ए दिल धारे। समझ गया ना जी आप शब्द सदे। सेवा सी करंत ते रहंत गुरा पास सदा, लिख लिख बाणी करे पोथियां तैयारे। पढ़दा पढ़ांदा ते जतांदा नहीं आप ताई, मन नीवा मत उच्ची ए दिल धारे। खटी तपी पूरा सिक्खी सिदक दा पुतला सी, साखियां सिदक दियां करदा तैयार। सेवा हरी इवें किवें बीत गए बरख कई, युद्ध दे करन विच वड्डा हुशियार। सेवा हरी इवें कि हरी मतलब सिंह। याद रखो ये पुराने जेडे कवि सन ना, जां मिरगंद जां हर शब्द वरते सन। एक मोदी ने जिक्र किया सी, किताब है चरण हरी विस्तार, डॉक्टर बलबीर सिंह उन्होंने एडिट की है। मिलती नहीं मैनू, बड़ी पुरानी के सज्जन तो अमृतसर तो मिली, कागज का भुरदा एडी वड्डी पोथी चरण हरी विस्तार। चरण नाम उन्होंने पिता का हरीदर्त सिंह, शेर कहते हरी हर इत्थे वो कहते सेवा हरी। सेवा सिंह कह रहे इवें किवें बीत गए बरख कई, युद्ध दे करन विच वड्डा हुशियार है। भाई मनी सिंह गुरु हरराय साहब दे वेले आए। उंज इन्हां तो पहला इन्हां दे सन्मानयोग दादा भाई बल्लू राय जी, वो अमृतसर दी पहली जंग विच गुरु हरगोबिंद साहब दे सामने शहीद हो चुके हैं। वेखो जो सानू वैसे तो बड़ा वड्डा परिवार है शहीदां दा। दादा शहीद होया, भाई साहब समेत 12 भरा ने जी। भाई मनी सिंह जी समेत 12 भरावां विचों सिर्फ एक भाई अमरचंद बीमार हो के उन्होंने डैथ हुई, उन्हें चलाना किया। भाई साहब समेत 11 के 11 भरा शहीद होए। भाई दयाला जी ਜਿਹੜੇ ਦੇਗ ਚੋਂ ਬਾਲੇ ਗਏ ਭਾਈ ਮਨੀ ਸਿੰਘ ਦੇ ਭਰਾਤਾ ਨੇ। ਤੇ ਉਹਨਾਂ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਕਿ ਭਾਈ ਦਿਆਲ ਦਾਸ ਜੀ का कहा होया गुरु का कहा जाना। गुरु तेग बहादुर साहब के हुक्मनामे। दादा शहीद अपने समेत 11 भरा शहीद। जिदन अमृत छकिया भाई साहब समेत 5 पुत्रां ने भी छकिया। उदय सिंह, बचित्र सिंह, अजब सिंह, अनक सिंह ते अजैब सिंह। अजब सिंह, अजैब सिंह ते अनक सिंह तिन्ने पुत्र चमकौर शहीद होए। भाई बचित्र सिंह ते उदय सिंह बाहर शहीद होए। भाई बचित्र सिंह जी ने नागनी मारी, तवियां पाड़ दित्तियां, भाई मनी सिंह का बेटा है। भाई उदय सिंह जी ने राजे केसरी चंद का सिर उतारिया, भाई मनी सिंह का बेटा है। 11 भरा अपने समेत 11, 10 पुत्रां चों 7 पुत्र शहीद ते 10 पोतरे शहीद। 29 जी बन गए मेरा ख्याल। दादा 11 फिर 7 फिर 10 इन्ने क बनते। मैं फिर बेनती करांगा उस भाई मनी सिंह की देन उन्होंने दे असी भुल नहीं सकते। अज जिहड़ा दरबार साहब का भी तुसीं देखदे हो, मर्यादा का भी है, काफ़ी ज़्यादा कहा जाता है। ये उन्होंने स्थापित किया। मैं उस दिन भी कहा सी 1636 के 38 तो लैके 1699 तक
दरबार साहब का प्रबंध जिहड़ा मीणियां दे कोल सी। भाई मनी सिंह वो ऐसी शख्सियत सन, वो पंथ नूं भी जोड़ते पे सन। उन्हां दा अज जन्म दिहाड़ा है, जिन्हां नूं बंद बंद करके कटिया, बंद करके है ना। रतन सिंह भंगू ने भावें होर कंसैप्ट च लिखिਆ है, वो कहता है कि जदों भाई साहब नूं शहादत की गल चलती है भी बंद कटिया जाना है, वो कहते आ जलाद कहता है, काजी कहता है ये एडा सोहना तेरा चेहरा बजुर्ग तू इन्ना दाना प्रधाना तू छट बाझा 4 दिन, ये शरीर नहीं मिलना। भाई साहब कहते शरीर बड़ी बारी मिलिया साडे मुताबिक, अगां भी मिलूगा, पर चेते रखी सिक्खी कई जन्मां तो बाद मिलती, ये नहीं मिलनी जिवें डोल गया। वो 17 ने देही किसकी बापरी, जे सिक्खी साबित होए देही तो आमन जान है, सिक्खी मिले कब होए। अज उस महापुरख का शब्द वरतां भाई साहब भाई मनी सिंह जी उन्हां दा शहादत वाला दिन है, ते गुरु तेग बहादुर साहब दे कोल वो बाणी पढ़ाउण दा काम करते सन। उत्थे लिखिया है कि तेग बहादुर गुरु टेग चक नानकी पाए, बाणी सुने बाणी पढ़े बाणी लिखे लगाए। गुरु तेग बहादुर गुरु हर राय साहब गुरु हर के कल दिन मनाना महाराज जो चलाना किया, भाई मनी सिंह दिल्ली है, उदो मनी राम कहते सन। गुरु हरकृष्ण साहब गुरु हर राय साहब गुरु हरकृष्ण साहब गुरु तेग बहादुर जिदन मक्खन शाह प्रगट करता मनी सिंह उत्थे है। तुसी इत्थों हिसाब ला लो किन्ना गुरु घर का विश्वास पात्र सिख है। जो आनंदपुर छड्डिया जाता है तो माता सुंदरी जी ते माता साहब कौर भाई मनी सिंह उन्होंने सेवा करता, दिल्ली लैके जाते उस सिख नूं आई तुसी याद करते हो। मैं बड़ा संखेप जी बेनती की है, बड़ा विस्तार है उन्होंने जीवन संबंध विच, पर फिर इस विषय ते आइए। गुरु जी कहते आ नानक मुक्त ताहे तू मानो जे घट राम समावे, जिस घट विच जिस हिरदे विच प्रभु का नाम समा गया वो बंदा मुक्त है, वो बंधना विच नहीं पैंदा, उहदा कुराए पिया मन सिमरन च जुड़दा है। फिर मैं फिर बेनती करांगा कि मन डांगा नाल नहीं मनना, डांगा नाल कट्टरता पैदा होगी जिवें धक्का चलता है। मैं अज उत्थे स्टॉकटन क्या मैं क्या याद रखो सिक्खी की परिभाषा किते अनमत की थॉट लैके ना करो, धक्का नहीं इत्थे प्रवान। जे शेख फरीद है तो शेख फरीद ही भगत फरीद कोई नहीं बनाया, जो नाम उन्होंने प्रचलित सी। इस करके सतगुरु गुरु तेग बहादुर सच्चा पातशाह कल उन्होंने गुरगद्दी दिन भी है जो मैं दसिया, तो गुरु हरकृष्ण साहब का कल प्रभ पुरप्याना दिवस भी है, तो शब्द आप जरूर विचारांगे। मेरी इच्छा है मैं इस इलाके च रोज़ाना एक एक शब्द गुरुदेव का करदे। सब का धन्यवाद। तो मेरी बेनती अगले हफ्ते तुसी भारी गिनती चाहो, महाराज की शताब्दी है। दूजा जड़ा गुरमुखा कहा ये मेरे मन का फुरना सी भी शब्द चौकी जरूर कटिए। उंज वैसे साड़ियाँ 3 चौकियाँ ने जी, चौकियाँ ये इतिहासिक चौकियाँ, नितनेम दियाँ चौकियाँ ते यात्रु चौकियाँ जिहड़ियां शब्द चौकियाँ ने। पहली चौकी है नितनेम की चौकी। नितनेम की चौकी हरमंदर साहब च जिवें दुपहरे की चौकी वैसे जो आसा की वार दे विच अरदास होंदी है, शब्द चौकी आनंद साहब की, फिर आसा की वार दी, फिर बिलावल दी, कल्याण दी, चरण कमल दी, सारियां 100 दर्द की चौकी ये नितनेम दियां चौकियां ने। दो कुछ चौकियां हिस्टोरिकल ने, वैसे भी चलो इतिहास नाल जोड़ लीए। वो पहली चौकी निकलती है जो गुरु हरगोबिंद साहब डरौली ने बाबा बुढ़ा साहब अमृतसर चौकी कढ़ते हैं। फिर ये चौकी अमृतसर तो कढ़ी हुई ग्वालियर जाती है, ग्वालियर तो शब्द चौकी वापस आती है, तो जिदन गुरु हरगोबिंद साहब आते हैं उदन फिर बाबा जी शब्द चौकी कढ़ते हैं। उत्थे फिर वर मिलता है कि तेरी कढ़ी चौकी जुगो जुग अटल रहेगी। वो अज भी चौकी रोजाना शाम को श्री अकाल तक सो निकलती। भाई साहब अंदर कीर्तन बंद हो जाता, बाबा बुढ़ा जी की चौकी होती है।
एक गल होर मैं ते कहा सी, मैं कहा जे बजुर्ग रह गया थोड़े जने जो चौकी कढ़ते असी चौकी कढ़नी, असी ढोलकी भी जावांगे ना, चिमटे भी जावांगे, असी लय च गांगे। ਜਿਹੜੀਆਂ हरमंदर साहिब ਵਿੱਚ चौकियां निकलदियां उन्होंने शैली बिल्कुल वक्री है। श्रोमणी कमेटी पता नहीं मन चाहे कि ना किसी दे, मैं कहना जे वो नहीं कोई सिख उपराला कर लो, जे बजुर्ग जिउंदे जे वो चौकी कर देन, उहदी शैली जिहड़ी उन्होंने रिकॉर्ड कर लो, आने वाली सदियां पता लगे भी चौकी इस तरह कढ़ी जाती सी। वो कोई साज नहीं वरत्या ना जी, गुटके हत्थ विच ने, उन्होंने तरीके गाउण दा वखरा है। ये नहीं जी साडियां चौकियां ये इतिहासक। हुण एक ने यात्रु चौकियां, वो यात्रु चौकियां जिन्हें वेखणियां होण, उंज साडे लुधियाने भी निकलदी महीने च एक बारी, आलमगीर जाते हैं रात को। मस्या की एक रात पहला तरन ताਰਨ के दुआले जिन्ने पिंड ने, पिंडा वाले लालटना लैके शब्द चौकी कढ़ के तरन ताਰਨ आते हैं। तरन ताਰਨ तो गोविंदवाल साहिब जाती है। याद रखियो शब्द चौकियां तीन ने, नितनेम दियां चौकियां, इतिहासक चौकियां, ते एक है साडियां यात्रु चौकियां। इन्हां नूं यात्रु कहंदे। जिहड़ा उदन आपां कढना प्रभात फेरी भी है, पर असल च गुरु तेग बहादुर साहिब के आगमन च सिखां ने शब्द चौकी कढ़नी है। चौकी का अर्थ है पहरेदार। बस ये समाप्ति है। चौकी का अर्थ है पहरेदार, पहरा। ये दार शब्द वरते तो चौकीदार शब्द बनया। जिथे चौकीदार होवे पहरा देने वाला, उत्थे बंदा कोई फटकदा नहीं, गलत। ते जिस थान ते शब्द की चौकी लग जाए उत्थे जमदूत कभी नहीं फटकदा। गुर का शब्द रखवारे चौकी चौगिरद हमारे, राम नाम मन लागा जम लज्जाए कर पाका। इस करके प्रबंधक वीरां दा धन्नवाद जो टाइम इन्होंने बनाया। तुसी सारे आए हो, मेरी बेनती है आपां गुरु तेग बहादुर साहिब नूं याद करांगे, सच्चे पातशाह मेहर करनगे। तां मैं क्या ठीक है, इतिहासक थां साडे ने, जे इत्थे शब्द चौकी निकलेगी तो गुरु तेग बहादुर साहिब इत्थे भी मेहर करनगे। शब्द तां सर्वव्यापक है। सब दा धन्नवाद जी। जिन्ना जाना जी सदके जाओ, जिन्ना कोल टाइम है मिनट 4-5 ला लीए। यही अरदास नाल सारे करो, वाहिगुरू सारी दुनिया ते भला कर। भारत की मैं कहना सारे, जिवें मैं क्या जिहड़ा कहना नानक नाम चढ़दी कला, तेरे भाणे सरबत दा भला। सरबत दे भले च थोड़ा मानव जाति दा ही भला होवे। जो कुछ रब्बा तू सिरजिया सब दा भला हो जाए। करो किरपा, उचारण करो जी। वाहे गुरु 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 वाहे
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੋਲ ਬੋਲਦਿਆਂ ਬੈਠਦਿਆਂ ਸ਼ਬਦ ਪੜ੍ਹਦਿਆਂ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਸਾਹਿਬ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।